स्वागत ਡੀਡੀ ਪੰਜਾਬੀ ਦੇ ਇਸ ਪ੍ਰੋਗਰਾਮ ਜਿਹਨੂੰ ਤੁਸੀਂ ਬੜੀ ਬੇਸਬਰੀ ਦੇ ਨਾਲ ਉਡੀਕਦੇ ਵੀ ਹੋ। ਤੁਹਾਡਾ ਮਨੋਰੰਜਨ ਵੀ ਕਰਦਾ ਹੈ, ਤੁਹਾਨੂੰ ਜਾਣਕਾਰੀ ਵੀ ਦਿੰਦਾ ਹੈ। ਗੱਲਾਂ ਤੇ ਗੀਤ ਵਿੱਚ ਬਹੁਤ ਬਹੁਤ ਸਵਾਗਤ, ਜੀ ਆਇਆਂ ਨੂੰ। ਤੇ ਨਾਲ ਦੀ ਨਾਲ ਅੱਜ ਬਹੁਤ ਬਹੁਤ ਮੁਬਾਰਕਬਾਦ ਵੀ ਹੈ। ਮੈਂ ਹਾਂ ਨਵਜੋਤ ਕੌਰ। ਮੁਬਾਰਕਬਾਦ ਕਾਹਦੀ ਹੈ ਜੀ? ਅੱਜ ਉਹ ਲੱਕੜ ਦਾ ਬਕਸਾ ਖੁੱਲ੍ਹਾ, ਝਾਤੀ ਮਾਰਨ ਸਾਰੇ, ਨਿੱਕਿਆਂ ਨੂੰ ਲੱਭੇ ਝਿਲਮਿਲ ਤਾਰੇ, ਵੱਡਿਆਂ ਨੂੰ ਹੁੱਲੇ ਹੁਲਾਰੇ। ਬੇਬੇ ਜੀ ਨੂੰ ਆਨੰਦ ਆ ਗਿਆ ਤੱਕ ਕੇ ਗੁਰੂਦੁਆਰੇ, ਪੌ ਫੁਟਾਲੇ ਤੋਂ ਭਾਵੇਂ ਸਿਖਰ ਦੁਪਹਿਰਾਂ, ਢਲੀਆਂ ਸ਼ਾਮਾਂ ਜਾਂ ਅੰਬਰੀ ਤਾਰੇ। ਅੱਠੇ ਪੈਰ ਜਿਸ ਰੌਣਕ ਲਾਈ, ਉਹਨੂੰ ਆਖਣ ਦੂਰਦਰਸ਼ਨ ਸਾਰੇ। ਸੋ ਅੱਜ ਉਹ ਮੁਕੱਦਸ ਦਿਹਾੜਾ ਏ, ਅੱਜ ਉਹ ਐਸਾ ਮੁਬਾਰਕ ਦਿਨ ਹੈ, 15 ਸਤੰਬਰ ਅੱਜ ਦੇ ਦਿਨ 1959, ਦੂਰਦਰਸ਼ਨ ਦੀ ਸ਼ੁਰੂਆਤ। ਅੱਜ ਦਾ ਦਿਨ ਉਹ ਸੁਭਾਗਾ ਦਿਨ ਜਦੋਂ ਨਿਰੀਆਂ ਆਵਾਜ਼ਾਂ ਨਹੀਂ, ਤੁਹਾਨੂੰ ਚਲ ਚਿੱਤਰ ਵੇਖਣ ਨੂੰ ਮਿਲੇ। ਤੁਹਾਨੂੰ ਉਹ ਸਾਰਾ ਕੁਝ ਵੇਖਣ ਨੂੰ ਮਿਲਿਆ ਜੋ ਤੁਸੀਂ ਪਹਿਲਾਂ ਕੰਨੀ ਸਿਰਫ ਸੁਣਦੇ ਸੀ, ਜੋ ਮਹਿਜ਼ ਆਵਾਜ਼ਾਂ ਰਾਹੀਂ ਤੁਹਾਡੇ ਤੱਕ ਪਹੁੰਚਦਾ ਸੀ। ਉਸ ਤੋਂ ਬਾਅਦ ਉਹ ਤਸਵੀਰਾਂ ਦੇ ਮਾਧਿਅਮ ਰਾਹੀਂ ਤੁਰਦਾ ਫਿਰਦਾ ਹਾਵ ਭਾਅ ਦੇ ਨਾਲ ਤੁਹਾਡੇ ਤੱਕ ਪਹੁੰਚਿਆ। ਇੰਨਾ ਲੰਮਾ ਸਫ਼ਰ ਕਿੱਥੋਂ ਤੁਰੇ ਕਿੱਥੇ ਤੀਕ ਪਹੁੰਚੇ, ਦਿਲਾਂ ਤੋਂ ਦਿਲਾਂ ਤੱਕ ਦੀ ਪਹੁੰਚ ਨੂੰ ਹੋਰ ਪੁਖਤਗੀ ਦੇ ਨਾਲ ਫੜਦੇ ਅਸੀਂ ਇੱਥੇ ਤੱਕ ਪਹੁੰਚ ਗਏ। ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਪਰਤ ਦਰ ਪਰਤ ਅਸੀਂ ਕਿੱਥੋਂ ਕਿੱਥੇ ਤੀਕ ਪਹੁੰਚੇ, ਕਿੰਨੇ ਹੰਬਲੇ ਮਾਰੇ, ਤੇ ਅੱਜ ਵੀ ਅਸੀਂ ਲੱਖਾਂ ਕਰੋੜਾਂ ਦੇ ਦਿਲਾਂ ਦੀ ਧੜਕਣ ਆ। ਇਹਦੇ ਬਾਬਤ ਗੱਲਬਾਤ ਕਰਨ ਲਈ, ਉਚੇਚੇ ਤੌਰ ਦੇ ਉੱਤੇ ਚਰਚਾ ਕਰਨ ਦੇ ਲਈ ਮਾਹਿਰ ਮਹਿਮਾਨ ਰੂਹੇ ਰਵਾਂ ਇਸ ਪ੍ਰੋਗਰਾਮ ਦੇ ਸਾਡੇ ਵਿੱਚ ਇਸ ਵੇਲੇ ਤਸ਼ਰੀਫ ਫਰਮਾ ਨੇ। ਆਓ ਜੀ ਤੁਹਾਨੂੰ ਮਿਲਾ ਦਈਏ ਉਹਨਾਂ ਦੇ ਨਾਲ। ਸਾਬਕਾ ਡਿਪਟੀ ਡਾਇਰੈਕਟਰ ਜਨਰਲ ਪ੍ਰੋਗਰਾਮ, ਦੂਰਦਰਸ਼ਨ ਕੇਂਦਰ ਜਲੰਧਰ, ਡਾਕਟਰ ਦਲਜੀਤ ਸਿੰਘ, ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ, ਜਿਨ੍ਹਾਂ ਦੀ ਸਰਪ੍ਰਸਤੀ ਦੇ ਵਿੱਚ ਇਹ ਬਾਗ ਤੇ ਇਹਦੇ ਫੁੱਲ ਮਹਿਕ ਕੇ ਟਹਿਕ ਕੇ ਚੌਗਿਰਦੇ ਨੂੰ ਭਾਗ ਲੱਗੇ। ਤੇ ਅੱਜ ਉਹ ਨਾਲ ਇਹ ਵੀ ਵੇਖਣ ਆਏ ਨੇ, ਤਸੱਲੀ ਵੀ ਕਰਨ ਆਏ ਨੇ ਵੀ ਭੋਰਾ ਇਹ ਬਾਗ ਉਸੇ ਤਰ੍ਹਾਂ ਮਹਿਕਦਾ, ਸੁਗੰਧੀਆਂ ਵੰਡਦਾ ਹੈਗਾ, ਉਸੇ ਤਰ੍ਹਾਂ ਹੀ ਕਾਇਮ ਹੈ, ਜਾਂ ਫਿਰ ਕਿਤੇ ਲੱਗਦਾ ਹੈ ਕਿ ਵੀ ਸਮੇਂ ਦੇ ਨਾਲ ਕਿਤੇ ਥੋੜ੍ਹਾ ਜਿਹਾ ਹੋਰ ਸਿੰਜਾਈ ਦੀ, ਚੰਗੀ ਖੁਰਾਕ ਦੀ, ਚੰਗੀ ਸਿਹਤ ਦੀ ਕਿਤੇ ਲੋੜ ਹੈ। ਸਰ ਬਹੁਤ ਬਹੁਤ ਤੁਹਾਡਾ ਸਵਾਗਤ। ਤੇ ਅੱਜ ਦੇ ਇਸ ਦਿਹਾੜੇ ਦੀਆਂ ਤੁਹਾਨੂੰ ਵੀ ਸਭ ਤੋਂ ਪਹਿਲਾਂ ਮੁਬਾਰਕਾਂ। ਮਿਹਰਬਾਨੀ, ਤੁਹਾਨੂੰ ਵੀ ਬਹੁਤ ਬਹੁਤ, ਔਰ ਪੂਰੇ ਦਰਸ਼ਕਾਂ ਨੂੰ ਜਿੱਥੇ ਜਿੱਥੇ ਬੈਠੇ ਅੱਜ ਦਾ ਪ੍ਰੋਗਰਾਮ ਦੇਖ ਰਹੇ ਆ ਜੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਅੱਜ ਜਿੱਦਾਂ ਤੁਸੀਂ ਦੱਸਿਆ ਕਿ ਆਪਣੀ ਉਮਰ ਦੇ 63 ਵਰ੍ਹੇ ਜੀ ਪੂਰੇ ਕੀਤੇ ਆ ਸਾਡੇ ਅਦਾਰੇ ਨੇ, ਔਰ ਸਾਡਾ ਸਫ਼ਰ ਕਿੱਦਾਂ ਦਾ ਰਿਹਾ ਇਹਦੇ ਲਈ ਜਿਸ ਤਰ੍ਹਾਂ ਤੁਸੀਂ ਕਿਹਾ ਗੱਲਬਾਤ ਕਰਾਂਗੇ, ਔਰ ਦਰਸ਼ਕਾਂ ਦੇ ਮਨਾਂ 'ਚ ਵੀ ਪੁਰਾਣੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਪੁਰਾਣਾ ਲੋਗੋ ਜਿਹਦੇ ਹੇਠਾਂ ਸਤਿਅਮ ਸ਼ਿਵਮ ਸੁੰਦਰਮ, ਵੀ ਸੱਚ ਜਿਹੜਾ ਹੈ ਉਹ ਸਭ ਤੋਂ ਉੱਤਰ ਹੈ, ਸਭ ਤੋਂ ਸੋਹਣਾ ਹੈ ਤੇ ਸਭ ਤੋਂ ਨਿਰਲੇਪ ਹੈ। ਉਹਨੂੰ ਆਪਣਾ ਇੱਕ ਚਾਨਣ ਮੁਨਾਰਾ ਲੈ ਕੇ, ਇੱਕ ਮਨੋਰਥ ਲੈ ਕੇ ਤੁਰਿਆ ਦੂਰਦਰਸ਼ਨ। ਬਲੈਕ ਐਂਡ ਵਾਈਟ ਤੋਂ HD ਤੱਕ ਦਾ ਹਾਈ ਡੈਫੀਨੇਸ਼ਨ ਦਾ ਇਹਨੇ ਸਫ਼ਰ ਤੈਅ ਕੀਤਾ ਤੇ ਸ਼ਾਲਾ ਗਾਂ ਵੀ ਜਿਹੜਾ ਹੈ ਨਾ ਹੋਰ ਮਾਰ ਕੇ ਮਾਰੇਗਾ। ਸੋ ਸ਼ੁਰੂਆਤ ਦੇ ਵਿੱਚ ਹੀ ਨਾ ਉਹ ਜਿਹੜੇ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਨੇ, ਜਿਹੜੇ ਉਦੋਂ ਤੋਂ ਲੈ ਕੇ ਹੁਣ ਤੱਕ ਦੂਰਦਰਸ਼ਨ ਨੂੰ ਇੱਕ ਮਦਰਸੇ ਵਾਂਗ ਪੜ੍ਹਦੇ ਰਹੇ ਨੇ, ਇਬਾਦਤ ਕਰਦੇ ਰਹੇ ਨੇ, ਤੇ ਸੱਚ ਦੀ ਪਰਖ ਵਾਸਤੇ ਜੇ ਕਿਸੇ ਚੀਜ਼ ਦੀ ਉਹਨਾਂ ਨੂੰ ਲੋੜ ਪਈ ਤੇ ਉਹ ਸਿਰਫ ਦੂਰਦਰਸ਼ਨ ਹੀ ਰਿਹਾ। ਸੋ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਸ਼ੁਰੂਆਤ ਵਿੱਚ। ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਸ਼ੁਰੂਆਤ 'ਚ ਤੇ ਸਿਰਫ ਦੂਰਦਰਸ਼ਨ ਹੀ ਸੀ ਜੀ, ਔਰ ਦੂਰਦਰਸ਼ਨ ਦੇ ਮੋਢਿਆਂ ਦੇ ਉੱਪਰ ਕਈ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਸੀ। ਇੱਕ ਜ਼ਿੰਮੇਵਾਰੀ ਇਹ ਵੀ ਸੀ ਕਿ ਸਰਕਾਰ ਚਲਾ ਰਹੀ ਹੈ, ਸਰਕਾਰ ਦਾ ਵੀ ਦੇਖਣਾ ਹੈ। ਇੱਕ ਇਹ ਵੀ ਜ਼ਿੰਮੇਵਾਰੀ ਸੀ ਕਿ ਇਹ ਪਬਲਿਕ ਬ੍ਰੌਡਕਾਸਟਿੰਗ ਸਰਵਿਸ ਆ, ਲੋਕਾਂ ਦਾ ਵੀ ਦੇਖਣਾ ਹੈ। ਇੱਕ ਇਹ ਵੀ ਜ਼ਿੰਮੇਵਾਰੀ ਸੀ ਕਿ ਥੋੜ੍ਹਾ ਜਿਹਾ ਮਤਲਬ ਜਿਹੜਾ ਚੱਲਣ ਲਈ ਬਿਲਕੁਲ ਸਰਕਾਰ 'ਤੇ ਨਿਰਭਰ ਨਹੀਂ ਕਰਨਾ, ਆਪਣੇ ਕੁਛ ਜਿਹੜਾ ਸਰਮਾਇਆ ਵੀ ਜਿਹੜਾ ਪੈਦਾ ਕਰਨਾ। ਤੇ ਦੂਰਦਰਸ਼ਨ ਦੀ ਜਦੋਂ ਤੋਂ ਸ਼ੁਰੂਆਤ ਹੋਈ ਆ ਅੱਜ ਤੱਕ ਜਿਹੜਾ ਸਭ ਤੋਂ ਮੇਰੇ ਹਿਸਾਬ ਨਾਲ ਵੱਡੀ ਸਫਲਤਾ ਹੈ ਨਾ, ਉਹ ਇਹ ਆ ਕਿ ਸਾਰੇ ਕੁਛ ਦੇ ਵਿੱਚ ਇੱਕ ਬੈਲੈਂਸ ਬਣਾਇਆ ਜੀ। ਬਾਕੀ ਹੋਰ ਚੈਨਲ ਆਏ ਆ, ਉਹ ਇਹ ਬੈਲੈਂਸ ਨਹੀਂ ਬਣਾ ਸਕੇ, ਨਾ ਬਣਾ ਸਕੇ ਨਾ ਕਾਇਮ ਕਰ ਸਕੇ ਆ। ਉਹ ਬਹੁਤ ਲਾਰੂ ਹੋ ਗਏ, ਵਪਾਰਕ ਹੋ ਗਏ, ਔਰ ਉਹਨਾਂ ਦੀ ਸਾਰੀ ਜਿਹੜੀ ਤਰਜੀਹ ਆ ਉਹ ਵਪਾਰ ਵੱਲ ਹੀ ਆ।
ਔਰ ਉਹਨਾਂ ਦੇ ਮੋਢਿਆਂ ਦੇ ਉੱਪਰ ਇੰਨਾ ਭਾਰ ਵੀ ਨਹੀਂ ਸੀਗਾ ਜੀ। ਇਹਨਾਂ ਜਿਹੜਾ ਸਮਤੋਲ ਬਣਾਉਣਾ ਬਰਾਬਰ ਦੀਆਂ ਤਾਕਤਾਂ ਵਿੱਚ, ਇਦਾਂ ਦੀ ਕੋਈ ਗੱਲ ਨਹੀਂ ਸੀ। ਤੇ ਮੈਂ ਸਮਝਦਾ ਦੂਰਦਰਸ਼ਨ ਦੀ ਜਿਹੜੀ ਸਭ ਤੋਂ ਸਫਲਤਾ ਵੱਡੀ ਹੈਗੀ ਆ ਕਿ ਇਹਨਾਂ ਨੇ ਇਹ ਜਿਹੜੀਆਂ ਵੱਖ-ਵੱਖ ਇਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਵੱਖ-ਵੱਖ ਪਾਸਿਆਂ ਨੂੰ ਖਿੱਚਣ ਵਾਲੀਆਂ, ਇਹ ਸਾਰਿਆਂ ਦੇ ਵਿੱਚ ਇੱਕ ਸਮਤੋਲ ਬਣਾ ਕੇ ਚੱਲੇ। ਜੋ ਕੋਈ ਸਰਕਾਰ ਦੇ ਸੁਨੇਹਾ ਸੀ ਲੋਕਾਂ ਤੱਕ ਉਹ ਵੀ ਪਹੁੰਚਾਇਆ, ਔਰ ਜੋ ਕੁਝ ਲੋਕਾਂ ਦੀ ਲੋੜ ਸੀਗੀ ਆਰਥਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਵਿਦਿਅਕ ਤੌਰ ਤੇ, ਸਮਾਜਿਕ ਤੌਰ ਤੇ, ਇਤਿਹਾਸਕ ਤੌਰ ਤੇ, ਸਾਹਿਤਕ ਤੌਰ ਤੇ, ਕਲਾਤਮਕ ਤੌਰ ਤੇ, ਉਹ ਲੋੜਾਂ ਵੀ ਪੂਰੀਆਂ ਕੀਤੀਆਂ। ਫਿਰ ਦੂਸਰੀ ਗੱਲ ਇਹ ਹੈ ਕਿ ਉਹ ਵੀ ਕਿਸੇ ਇੱਕ ਵਰਗ ਦੀ ਨਹੀਂ, ਬਜ਼ੁਰਗਾਂ ਦੀਆਂ ਵੀ ਲੋੜਾਂ ਪੂਰੀਆਂ ਕੀਤੀਆਂ, ਜਿੱਦਾਂ ਤੁਸੀਂ ਗੱਲ ਕੀਤੀ ਆ, ਨੌਜਵਾਨਾਂ ਦੀਆਂ ਪੂਰੀਆਂ ਕੀਤੀਆਂ, ਬੱਚਿਆਂ ਦੀਆਂ ਪੂਰਤੀਆਂ ਕੀਤੀਆਂ, ਔਰਤਾਂ ਦੀਆਂ ਪੂਰੀਆਂ ਕੀਤੀਆਂ, ਕਿਸਾਨਾਂ ਦੀਆਂ ਪੂਰੀਆਂ ਕੀਤੀਆਂ, ਮਤਲਬ ਹਰੇਕ ਵਰਗ ਨੂੰ ਜਿਹੜੇ ਮੁਖਾਤਬ ਹੋਏ ਆ, ਔਰ ਹਰੇਕ ਜ਼ਿੰਮੇਵਾਰੀ ਨਿਭਾਈ ਆ, ਔਰ ਉਹਦੇ ਵਿੱਚ ਇੱਕ ਪੂਰਾ ਸੰਤੁਲਨ ਬਣਾਇਆ, ਕਿਸੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ। ਹਾਂ ਬਿਲਕੁਲ, ਇੱਕ ਜਿਹੜਾ ਮੈਂ ਸਮਝਦਾ ਦੂਰਦਰਸ਼ਨ ਦੀ ਸਭ ਤੋਂ ਵੱਡੀ ਪ੍ਰਾਪਤੀ, ਔਰ ਜਿਹੜੀ ਕਿ ਇਦਾਂ ਦੇ ਜਿਹਨੂੰ ਆਪਾਂ ਮਾਸ ਮੀਡੀਆ ਕਹਿੰਦੇ ਆ, ਜਨ ਸੰਚਾਰ ਕਹਿੰਦੇ ਆ, ਠੀਕ ਹੈ ਨਾ, ਜਿਹਦੇ ਵਿੱਚ ਸਾਰਾ ਕੁਝ ਦੇਖ ਕੇ ਚੱਲਣਾ ਹੁੰਦਾ। ਮੇਰੇ ਹਿਸਾਬ ਨਾਲ ਕਿ ਪੂਰੀ ਦੁਨੀਆ ਲਈ ਇੱਕ ਆਪਣੇ ਆਪ ਦੇ ਵਿੱਚ ਇਹ ਸਮਤੋਲ ਕਿਵੇਂ ਬਣਾਉਣਾ, ਬੈਲੈਂਸ ਕਿਵੇਂ ਬਣਾਉਣਾ, ਇਹ ਸਭ ਤੋਂ ਵਧੀਆ ਜਿਹੜੀ ਉਦਾਹਰਣ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆਏ ਆ, ਇਹ ਮੈਂ ਸਮਝਦਾ ਇਹ ਦੂਰਦਰਸ਼ਨ ਦੀ ਸਭ ਤੋਂ ਵੱਡੀ ਪ੍ਰਾਪਤੀ। ਜੀ ਜੀ ਡਾਕਟਰ ਸਾਹਿਬ, ਇਹ ਦੂਰਦਰਸ਼ਨ ਦਾ ਜਿਹੜਾ ਗੇਟ ਹੈ ਨਾ, ਕਈਆਂ ਦੇ ਵਾਸਤੇ ਨਾ ਉਹਨੂੰ ਮੱਥਾ ਟੇਕ ਕੇ ਲੰਘ ਜਾਂਦੇ ਨੇ ਗਾਂ। ਕਈਆਂ ਨੂੰ ਜਦੋਂ ਇੱਕ ਸਮਾਂ ਸੀ ਵੀ ਪਿੰਡੋਂ ਸਿੱਧੀ ਬੱਸ ਵੀ ਨਾ ਆਉਣੀ, ਮਨ ਦੇ ਅੰਦਰ ਇੱਕ ਉਹਨਾਂ ਕਲਾਕਾਰਾਂ ਦੇ ਅੰਦਰ ਇੱਕ ਰੀਝ ਸੀ, ਇੱਕ ਤਾਂਘ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਪਹੁੰਚ ਕਰੀਏ ਇੱਥੇ ਤੱਕ। ਉਹਨਾਂ ਤੀਕ ਵੀ ਦੂਰਦਰਸ਼ਨ ਪਹੁੰਚਿਆ। ਫਿਰ ਉਹਨਾਂ ਨੇ ਵੀ ਆਪਣਾ ਤਨੋ ਮਨੋ ਜਿੱਦਾਂ ਵੀ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡੀ। ਫਿਰ ਉਹਨਾਂ ਨੇ ਅਣਤੱਕ ਜਿਹੜੀ ਜਿੱਦਾਂ ਉਹਨਾਂ ਨੂੰ ਕਿਹਾ ਗਿਆ, ਜਿੱਦਾਂ ਦੀਆਂ ਕਸਵੱਟੀਆਂ ਚੋਂ ਨਿਕਲੇ ਕਲਾਕਾਰ, ਤੇ ਇਸ ਵੇਲੇ ਉਹ ਸੁਸਾਇਟੀ ਦੇ ਵਿੱਚ ਇਸ ਵੇਲੇ ਇੱਕ ਨਾਮਵਰ ਗਾਇਕ ਨੇ, ਕਲਾਕਾਰ ਨੇ, ਅਦਾਕਾਰ ਨੇ, ਹਾਸ ਰਸ ਕਲਾਕਾਰ ਨੇ। ਸੋ ਇੱਕ ਮਨੋਰਥ ਨੂੰ ਲੈ ਕੇ ਜਿਹੜਾ ਦੂਰਦਰਸ਼ਨ ਤੁਰਿਆ ਨਾ, ਉਹ ਮਨੋਰਥ ਬਾਕੀਆਂ ਵਰਗਾ ਨਹੀਂ ਹੈ। ਦੇਖੋ ਇਸ ਤਰ੍ਹਾਂ ਕਿ ਜਿਹੜਾ ਕਲਾਕਾਰ ਆ ਨਾ, ਇਹ ਕੋਈ ਇੱਕ ਪੱਖੀ ਜਿਹੜੀ ਹੈਗੀ ਆ ਟਰਮ ਨਹੀਂ ਗੀ ਹੈ। ਕਲਾਕਾਰ ਤਾਂ ਹੀ ਕਲਾਕਾਰ ਆ ਜੇ ਉਹਦੇ ਸਾਹਮਣੇ ਦਰਸ਼ਕ ਆ, ਜੇ ਉਹਦੇ ਸਾਹਮਣੇ ਸਰੋਤੇ ਆ, ਠੀਕ ਹੈ। ਨਹੀਂ ਮੈਂ ਆਪਣੇ ਘਰ ਬਹਿ ਕੇ ਜਿਹੜਾ ਮਰਜੀ ਵੱਡਾ ਗਾਇਕ ਆ, ਜਾਂ ਜਿੱਡਾ ਮਰਜੀ ਵੱਡਾ ਮੈਂ ਜਿਹੜਾ ਸਟੇਜ ਦਾ ਕਲਾਕਾਰ ਆ, ਜਾਂ ਜਿੱਡਾ ਮਰਜੀ ਹਾਸ ਕਲਾਕਾਰ ਆ, ਉਹਦਾ ਕੋਈ, ਮੈਂ ਤਾਂ ਹੀ ਕਲਾਕਾਰ ਆ ਜੇ ਮੈਂ ਲੋਕਾਂ ਦਾ ਹੀ ਪਹੁੰਚੂਗਾ, ਲੋਕ ਮੇਰੀ ਗੱਲ ਸੁਣਨਗੇ, ਲੋਕ ਮੇਰੀ ਕਲਾ ਦੇਖਣਗੇ, ਤੇ ਫੇਰ ਹੀ ਮੇਰੀ ਕਲਾਕਾਰੀ ਆ। ਤੇ ਇਹ ਦੂਰਦਰਸ਼ਨ ਦੀ ਹਿੰਦੁਸਤਾਨ 'ਚ ਖਾਸ ਕਰਕੇ ਦੂਰਦਰਸ਼ਨ ਦੀ ਸਭ ਤੋਂ ਵੱਡੀ ਦੇਣ ਇਹ ਆ ਕਿ ਕਲਾਕਾਰਾਂ ਨੂੰ ਦੂਰਦਰਸ਼ਨ ਨੇ ਸਰੋਤੇ ਦਿੱਤੇ ਆ। ਮੈਂ ਤਾਂ ਪਹਿਲਾਂ ਜਿਹੜਾ ਹੁਣ ਫਰਜ਼ ਕੀਤਾ, ਗਾਇਕ ਸੀਗੇ ਪਹਿਲਾਂ, ਉਹ ਆਪਣੇ ਪਿੰਡਾਂ ਤੱਕ, ਆਪਣੇ ਖੇਤਰ ਤੱਕ ਉਹ ਸੀਮਤ ਸੀਗੇ, ਉੱਥੇ ਲੋਕ ਉਹਨਾਂ ਨੂੰ ਜਾਣਦੇ ਸੀ। ਔਰ ਆਪਣੇ ਪਿੰਡ ਦੇ ਲਾਗੇ ਛਾਗੇ ਕੋਈ ਟੂਰਨਾਮੈਂਟ ਹੋ ਗਿਆ, ਕੋਈ ਮੇਲਾ ਮੁਸਾਬਾ ਹੋ ਗਿਆ, ਕੋਈ ਹੋਰ ਇਦਾਂ ਦਾ ਇਕੱਠ ਹੋ ਗਿਆ, ਉੱਥੇ ਅਖਾੜਾ ਹੋ ਗਿਆ, ਉੱਥੇ ਆਪਣਾ ਕਰਕੇ ਉਹ ਆਪਣਾ ਤੋਰੀ ਫੁਰਕਾ ਚਲਾ ਲੈਂਦੇ ਸੀ। ਤੇ ਬਾਹਰ ਉਹਨੂੰ ਭਾਵੇਂ ਜਿੱਡੇ ਮਰਜ਼ੀ ਵੱਡੇ ਕਲਾਕਾਰ ਸੀ, ਬਾਹਰ ਉਹਨੂੰ ਕੋਈ ਨਹੀਂ ਜਾਣਦਾ। ਤੇ ਦੂਰਦਰਸ਼ਨ ਦੀ ਸਭ ਤੋਂ ਵੱਡੀ ਜਿਹੜੀ ਦੇਣ ਹੈਗੀ ਆ, ਦੂਰਦਰਸ਼ਨ ਨੇ ਉਹ ਸਾਰੇ ਕਲਾਕਾਰ ਜਿਹੜੇ ਆਪਣੇ ਪਿੰਡ ਤੱਕ ਜਾਂ ਆਪਣੇ ਇਲਾਕੇ ਤੱਕ ਸੀਮਤ ਸੀ, ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਆ ਉਹ ਦਰਸ਼ਕ ਦਿੱਤੇ, ਅੰਤਰਰਾਸ਼ਟਰੀ ਪੱਧਰ ਤੱਕ ਦੇ ਜਿਹੜੇ ਸਰੋਤੇ ਦਿੱਤੇ। ਔਰ ਅੱਜ ਜਿਹੜਾ ਕਲਾਕਾਰ ਹੈਗਾ ਪੰਜਾਬ ਦਾ, ਉਹ ਆਪਣੇ ਪਿੰਡ ਤੱਕ ਜਾਂ ਆਪਣੇ ਜ਼ਿਲ੍ਹੇ ਤੱਕ ਜਾਂ ਪੰਜਾਬ ਤੱਕ ਸੀਮਤ ਨਹੀਂਗਾ। ਉਹ ਪੂਰੀ ਉਹਦਾ ਫੈਲਾਅ ਜਿਹੜਾ ਅੱਜ ਉਹਦੇ ਜਿਹੜੇ ਦਰਸ਼ਕ ਆ ਪੂਰੀ ਦੁਨੀਆ 'ਚ ਬੈਠੇ ਆ, ਉਹ ਪਿੰਡੋਂ ਚੱਕ ਕੇ ਕਲਾਕਾਰ ਨੂੰ ਜਿਹੜਾ ਪੂਰੀ ਦੁਨੀਆ ਤੱਕ ਪਹੁੰਚਾਇਆ, ਇਹ ਦੂਰਦਰਸ਼ਨ ਦੀ ਦੇਣ ਹੈ। ਇਹਦਾ ਸਿਰਾ ਜਿਹੜਾ ਨਾ ਉਹ ਦੂਰਦਰਸ਼ਨ ਨੂੰ ਜਾਂਦਾ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਮਤਲਬ ਜਿਸ ਤਰ੍ਹਾਂ ਤੁਸੀਂ ਅੱਜ ਵੀ ਦੇਖ ਲਓ ਕਿ ਜਿੰਨੇ ਵੀ ਚੈਨਲਸ ਹੈਗੇ ਆ, ਉਹ ਤੋਂ ਹਟ ਕੇ ਜਿਹੜਾ ਤੁਸੀਂ ਅੱਜ ਜਿਹੜਾ ਸਾਡਾ ਸੋਸ਼ਲ ਮੀਡੀਆ ਜਿਹੜਾ ਆ ਗਿਆ, ਉਹ ਮੈਂ ਜ਼ਿਆਦਾ ਪੰਜਾਬ ਦੇ ਹਵਾਲੇ ਨਾਲ ਹੀ ਕਰੂੰਗਾ ਵੈਸੇ ਗੱਲ, ਲੇਕਿਨ ਉਹ ਲਾਗੂ ਸਾਰਿਆਂ ਤੇ ਹੀ ਆ। ਤੇ ਅੱਜ ਤੁਸੀਂ ਦੇਖ ਲਓ ਕਿ ਜਿੰਨੇ ਸਾਡੇ ਜਿਹੜੇ YouTube ਚੈਨਲ ਆ, ਉਹ ਜਿੰਨੇ ਲੋਕਾਂ ਦੇ ਚੱਲਦੇ ਆ ਵਧੀਆ, ਉਹ ਸਾਰੇ ਦੇ ਸਾਰੇ ਦੂਰਦਰਸ਼ਨ ਜਲੰਧਰ ਦੀ ਪ੍ਰੋਡਕਟ ਆ। ਇੱਥੇ ਕਿਸੇ ਨਾ ਕਿਸੇ ਸਮੇਂ ਦੇ ਉੱਪਰ ਉਹ ਕੋਈ ਐਂਕਰ ਆ, ਕੋਈ ਨਿਊਜ਼ ਰੀਡਰ ਆ, ਕੋਈ ਕੁਛ, ਠੀਕ ਹੈ ਨਾ। ਉਹ ਜਿਹੜਾ ਉਹਨਾਂ ਨੂੰ ਮਤਲਬ ਇੱਕ ਜਿਹੜੀ ਬੈਕਅਪ ਦਿੱਤੀ ਆ, ਜਿਹੜੀ ਇੱਕ ਬੈਕਅਪ ਦੇ ਨਾਲੋਂ ਜ਼ਿਆਦਾ ਹੈ ਕਿ ਮਨ ਦੇ ਵਿੱਚ ਇੱਕ ਤੁਹਾਡਾ ਜਿਹੜਾ ਆਈਡੀਆ ਹੋਣਾ ਵੀ ਹਾਂ ਮੈਂ ਯਾਰ ਬਾਕੀ ਕੰਮ ਕਰਨ ਦੀ ਲੋੜ, ਮੈਂ ਆਹ ਕਰ ਲੈਣਾ ਕੰਮ, ਠੀਕ ਹੈ ਨਾ। ਇਹ ਜਿਹੜਾ ਆਈਡੀਆ ਵੀ ਉਹਨਾਂ ਦੇ ਦਿਮਾਗ 'ਚ ਪੈਦਾ ਕੀਤਾ ਨਾ, ਇਹ ਵੀ ਮੈਂ ਸਮਝਦਾ ਇਹ ਦੂਰਦਰਸ਼ਨ ਦੀ ਦੇਣ ਹੈ। ਔਰ ਤੁਸੀਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਬੇਸ਼ੱਕ ਇੰਨੇ ਚੈਨਲ ਆ ਗਏ, ਕੋਈ ਇਸ ਲਈ ਤੁਸੀਂ ਗਿਣਤੀ ਨਹੀਂ ਕਰ ਸਕਦੇ ਜਿਹੜੇ ਸੈਟੇਲਾਈਟ ਚੈਨਲ ਹੈਗੇ, ਇੰਨੇ ਹੈਗੇ ਆ, ਲੇਕਿਨ ਉਹਨਾਂ ਦੇ ਵਿੱਚ ਜਿਹੜੇ ਸਥਾਪਿਤ ਚੈਨਲ ਹੈਗੇ ਆ,
ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮਾਲਕ ਹੈਗੇ ਆ ਉਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਸਮੇਂ ਦੇ ਉੱਪਰ ਦੂਰਦਰਸ਼ਨ ਦੇ ਐਂਕਰ ਰਹੇ ਆ ਜੀ। ਠੀਕ ਹੈ ਨਾ, ਜੀ। ਤੁਸੀਂ ਕਿਸੇ ਦਾ ਵੀ ਨਾਂ ਲੈ ਲਓ। ਜੀ। ਔਰ ਪਹਿਲਾਂ ਉਹਨਾਂ ਨੇ ਜਿਹੜੀ ਆਪਣੀ ਇਹ ਜਿਹੜਾ ਉਹਨਾਂ ਦੇ ਦਿਮਾਗ 'ਚ ਇੱਕ ਆਈਡੀਆ ਆਉਣ ਦੀ ਗੱਲ ਵੀ ਆਪਾਂ ਆਪਣਾ ਸ਼ੁਰੂ ਕਰ ਲਈਏ, ਉਹ ਉਦੋਂ ਹੀ ਆਇਆ ਜਦੋਂ ਉਹਨੇ ਇੱਥੇ ਆਣ ਕੇ ਕੰਮ ਕਰਨਾ ਸ਼ੁਰੂ ਕੀਤਾ। ਫਿਰ ਉਹਨੂੰ ਪਤਾ ਲੱਗਾ ਵੀ ਇਹ ਇੱਥੇ ਆਉਣ ਦੀ ਲੋੜ ਨਹੀਂ, ਅਸੀਂ ਆਪਣਾ ਵੀ ਕਰ ਸਕਦੇ। ਠੀਕ ਹੈ ਨਾ। ਔਰ ਉਹਨਾਂ ਦੇ ਦਿਮਾਗ 'ਚ ਜਿਹੜਾ ਬੇਸ਼ੱਕ ਪ੍ਰਾਈਵੇਟ ਚੈਨਲ ਹੈਗੇ ਆ, ਬੇਸ਼ੱਕ ਉਹਨਾਂ ਦਾ ਜੋ ਉਹਨਾਂ ਦੇ ਆਦੇਸ਼ ਜੋ ਮਰਜ਼ੀ ਹੈਗੇ ਆ, ਉਹਨਾਂ ਦਾ ਤਰੀਕਾ ਜੋ ਮਰਜ਼ੀ ਹੈਗਾ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇੱਕ ਚੌਖਟਾ ਆ ਜਿਹਦੇ ਵਿੱਚ ਬੈਠ ਕੇ ਉਹਨੀ ਪ੍ਰੋਗਰਾਮ ਆਪਣੇ ਜਿਹੜੇ ਪਲਾਨ ਕਰਨੇ ਆ ਤਾਂ ਇੰਪਲੀਮੈਂਟ ਕਰਨੇ ਆ, ਉਹ ਚੌਖਟਾ ਅੱਜ ਵੀ ਉਹਨਾਂ ਦਾ ਉਹੀ ਆ ਜਿਹੜਾ ਉਹਨੇ ਦੂਰਦਰਸ਼ਨ ਸਿੱਖ ਕੇ ਗਿਆ। ਤੇ ਇਸ ਕਰਕੇ ਬੇਸ਼ੱਕ ਵੱਖ-ਵੱਖ ਚੈਨਲ ਆ ਗਏ ਆ, ਉਹਨਾਂ ਦੇ ਪਿੱਛੇ ਜੋ ਕੁਝ ਬੋਲਦਾ ਹੈ ਅੱਜ ਵੀ ਉਹ ਅੱਜ ਵੀ ਦੂਰਦਰਸ਼ਨ ਹੀ ਬੋਲਦਾ। ਤੇ ਇਸ ਕਰਕੇ ਬੇਸ਼ੱਕ ਉਹ ਚੈਨਲ ਹੈਗੇ ਆ, ਉਹ ਇਦਾਂ ਦੇ ਚੈਨਲ ਨਹੀਂ ਕਿ ਵੀ ਜਿਹੜੇ ਜਿਨ੍ਹਾਂ ਦੇ ਨਾਲ ਦੂਰਦਰਸ਼ਨ ਉਹ ਆ ਗਿਆ ਤਾਂ ਦੂਰਦਰਸ਼ਨ ਪਿੱਛੇ ਹੋ ਗਿਆ। ਠੀਕ ਹੈ ਨਾ। ਲੋਕ ਚਾਹੇ ਇਸ ਗੱਲ ਨੂੰ ਸਵੀਕਾਰ ਕਰਨ ਚਾਹੇ ਨਾ ਕਰਨ, ਲੇਕਿਨ ਸੱਚਾਈ ਇਹ ਹੈਗੀ ਆ ਕਿ ਉਹਨਾਂ ਦੇ ਪਿੱਛੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਮਨ 'ਚ ਜਿਹੜੀ ਕਨਸੈਪਸ਼ਨ ਹੈ ਇੱਕ ਕਿਉਂਕਿ ਜਿਸਲੇ ਕੋਈ ਵੀ ਚੀਜ਼ ਬਣਦੀ ਹੈ ਨਾ ਉਹ ਪਹਿਲਾਂ ਤੁਹਾਡੇ ਮਨ 'ਚ ਕਨਸੀਵ ਹੁੰਦੀ ਆ, ਤੁਹਾਡੇ ਦਿਮਾਗ 'ਚ ਕਨਸੀਵ। ਉਹਨਾਂ ਦੇ ਪ੍ਰੋਗਰਾਮਾਂ 'ਚ ਜਿਸਲੇ ਉਹਨੇ ਕੁਝ ਪ੍ਰੋਗਰਾਮ ਬਣਾਉਣਾ ਹੁੰਦਾ, ਉਹਦੀ ਜਿਹੜੀ ਕਨਸੈਪਸ਼ਨ ਹੁੰਦੀ ਆ ਉਹ ਉਸੇ ਧਰਾਤਲ ਤੇ ਹੁੰਦੀ ਆ ਜਿਹੜੀ ਉਹ ਦੂਰਦਰਸ਼ਨ ਤੋਂ ਲੈ ਕੇ ਗਿਆ। ਇਹ ਇੱਕ ਤਰ੍ਹਾਂ ਦਾ ਇੱਕ ਸਿਖਲਾਈ ਕੇਂਦਰ ਰਿਹਾ ਬਣਿਆ ਦਾ ਤੇ ਅਗਾਂਹ ਵੀ ਹੈ। ਬਿਲਕੁਲ। ਕਈਆਂ ਨੇ ਜੇ ਕੋਈ ਸੋਹਣਾ ਲਿਖਾਰੀ ਬਣਿਆ ਤੇ ਇੱਥੋਂ ਬਣਿਆ, ਜਿਹੜੇ ਹੁਣ ਵੱਖਰੇ ਵੱਖਰੇ, ਤੁਹਾਡਾ ਕਹਿਣਾ ਬਿਲਕੁਲ ਦਰੁਸਤ ਹੈ ਵੀ ਜੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਉੱਤੇ ਵੱਖਰੇ ਵੱਖਰੇ ਚੈਨਲ ਦੇ ਉੱਤੇ ਜੇ ਕੋਈ ਸਕ੍ਰਿਪਟ ਰਾਈਟਿੰਗ ਵੀ ਕਰੀ ਜਾਂਦਾ ਤੇ ਉਹਦੇ ਪਿੱਛੇ ਵੀ ਇੱਥੋਂ ਦੀ ਕੀਤੀ ਹੋਈ ਉਹਦੀ ਰਾਤਾਂ ਦੀ ਨੀਂਦ ਜਾਗ ਕੇ ਲਿਖੇ ਹੋਏ ਸੀਰੀਅਲ ਨੇ ਜਾਂ ਲਿਖੇ ਹੋਏ ਡਾਇਲੌਗ ਨੇ, ਜਿਨ੍ਹਾਂ ਨੂੰ ਉਹ ਆਤਮਸਾਤ ਕਰਕੇ ਆਪਣੇ ਅੰਦਰ ਪੁਣ ਛਾਣ ਕੇ ਤੇ ਇੰਨੇ ਕਾਬਜ਼ ਹੋ ਗਏ ਵੀ ਜਿਹੜੇ ਹੁਣ ਵੱਖੋ ਵੱਖਰੇ ਚੈਨਲਾਂ ਦੇ ਉੱਤੇ ਉਹ ਇਸ ਵੇਲੇ ਕਮਾਈਆਂ ਪਏ ਕਰਦੇ ਨੇ। ਬਿਲਕੁਲ। ਔਰ ਦੂਸਰਾ ਇਹ ਆ ਕਿ ਦੂਰਦਰਸ਼ਨ ਤੋਂ ਮਤਲਬ ਇੱਕ ਖਾਸ ਪ੍ਰਕਾਰ ਦੇ ਆਯਾਮ ਜਿਹੜੇ ਐਮਪਲੋਇਮੈਂਟ ਦੇ ਹੈਗੇ ਆ, ਕਿਉਂਕਿ ਇੱਥੇ ਆਏ ਪ੍ਰੋਗਰਾਮਾਂ ਦੀ ਲੋੜ ਪਈ। ਉਹ ਜਿੱਦਾਂ ਤੁਸੀਂ ਗੱਲ ਕੀਤੀ ਆ, ਸਕ੍ਰਿਪਟ ਰਾਈਟਰ ਚਾਹੀਦਾ, ਉਹਦੇ ਵਿੱਚ ਵਜਾਉਣ ਵਾਲੇ ਚਾਹੀਦੇ ਆ, ਉਹਦੇ ਵਿੱਚ ਉਹ ਜਿਹੜੇ ਉਹਨਾਂ ਨੂੰ ਜਿਹਨੂੰ ਆਪਾਂ ਕਹਿੰਦੇ ਮਿਊਜ਼ਿਕ ਡਾਇਰੈਕਟਰ ਉਹ ਚਾਹੀਦੇ ਆ, ਇਹਦੇ ਵਿੱਚ ਕਲਾਕਾਰ ਚਾਹੀਦੇ ਆ, ਇਹਦੇ ਵਿੱਚ ਐਂਕਰ ਚਾਹੀਦੇ ਆ, ਇਹਦੇ ਵਿੱਚ ਨਿਊਜ਼ ਰੀਡਰ ਚਾਹੀਦੇ ਆ, ਇਹਦੇ ਵਿੱਚ ਇੰਟਰਵਿਊਅਰ ਚਾਹੀਦੇ ਆ। ਠੀਕ ਹੈ ਨਾ। ਉਹ ਸਾਰੇ ਦੇ ਸਾਰੇ ਜਿਹੜੇ ਫਿਰ ਇੱਕ ਨਵਾਂ ਜ਼ਿੰਦਗੀ ਦਾ ਇੱਕ ਨਵਾਂ ਹੋਰ ਪੱਖ ਖੁੱਲਿਆ। ਠੀਕ ਹੈ ਨਾ। ਔਰ ਜਿਹਦੇ ਵਿੱਚ ਤੁਸੀਂ ਦੇਖੋ ਅੱਜ ਮਤਲਬ ਹਜ਼ਾਰਾਂ ਜਿਹੜੇ ਲੋਕ ਹੈਗੇ ਇੰਪਲੋਇਡ ਹੈਗੇ ਆ। ਠੀਕ ਹੈ ਨਾ। ਔਰ ਉਹ ਇੱਕ ਤਾਂ ਜਿਹੜੀ ਆਪਣੇ ਲੈਵਲ ਤੇ ਮਤਲਬ ਇਸ ਸੰਸਥਾ ਦੇ ਵਿੱਚ ਲੋਕ ਇੰਪਲੋਏ ਹੋਏ, ਔਰ ਇੱਥੋਂ ਨਿਕਲ ਕੇ ਬਾਹਰ ਹੋਰ ਇਦਾਂ ਦੇ ਜਿਹੜੇ ਮਤਲਬ ਜਿਹੜੇ ਇਦਾਂ ਦੇ ਕੋਈ ਇਦਾਂ ਦੀਆਂ ਜਿਹੜੇ ਜਿਹਨੂੰ ਆਪਾਂ ਕਹੀਏ ਰੁਜ਼ਗਾਰ ਸੀਗੇ ਉਹ ਬਣਾਉਣ ਦੇ ਔਰ ਪੈਦਾ ਕਰਨ ਦੇ ਔਰ ਉਹਦੇ ਵਿੱਚ ਆਪ ਲੱਗਣ ਦੇ ਔਰ ਲੋਕਾਂ ਨੂੰ ਹੋਰ ਮੌਕਾ ਦੇਣ ਦੇ, ਉਹ ਜਿਹੜੇ ਇੱਥੋਂ ਮੌਕੇ ਪੈਦਾ ਹੋਏ, ਕਾਬਜ਼ ਬਣੇ ਇਹਦੇ ਵੀ ਉਹਦੇ ਨਾਲ ਕਈਆਂ ਨੂੰ ਇੱਥੋਂ ਰੁਜ਼ਗਾਰ ਮਿਲੇ, ਕਈਆਂ ਨੂੰ ਨਾਮ ਮਿਲਿਆ, ਕਈਆਂ ਨੂੰ ਪਛਾਣ ਮਿਲੀ। ਬਿਲਕੁਲ। ਆਦਮੀ ਜਿਹੜਾ ਹੈ ਉਹ ਪਛਾਣ ਦੇ ਵਾਸਤੇ ਹੀ ਤੁਰਿਆ ਫਿਰਦਾ ਵੀ ਮੈਨੂੰ ਜਾਣਨਾ ਹੈ, ਉਹ ਇਸੇ ਕਰਕੇ। ਤੇ ਉਹ ਜਿਹੜੀ ਉਹ ਪਛਾਣ ਹੈ ਜਿਹੜੀ ਉਹ ਦੂਰਦਰਸ਼ਨ ਨੇ ਦਿੱਤੀ ਕਈਆਂ ਨੂੰ, ਔਰ ਉਹ ਪਛਾਣ ਵੀ ਕੋਈ ਲੋਕਲ ਨਹੀਂ, ਪੂਰੀ ਅੰਤਰਰਾਸ਼ਟਰੀ ਪੱਧਰ ਦੀ। ਮਤਲਬ ਜਿਸਲੇ ਆਪਣੇ ਉਹ ਪਿੰਡੋਂ ਉੱਠੇ ਨਾ, ਫਿਰ ਸ਼ਹਿਰ ਤੱਕ ਹੀ ਨਹੀਂ ਸੀ ਹੋ ਗਏ, ਪਿੰਡੋਂ ਉੱਠ ਕੇ ਫਿਰ ਸਿੱਧੇ ਅੰਤਰਰਾਸ਼ਟਰੀ ਹੋ ਗਏ। ਮਤਲਬ ਅੱਜ ਕੀ ਆ ਕਿ ਜਿਹੜੇ ਹੋ ਸਕਦਾ ਹੁਣ ਅੱਜ ਕੱਲ੍ਹ ਸਥਿਤੀ ਉਲਟ ਹੋਈ ਹੈ। ਵੈਸੇ ਇਦਾਂ ਹੋ ਸਕਦਾ ਵੀ ਤੁਹਾਡੇ ਕੋਈ ਜਿਹੜੇ ਲੋਕਲ ਕਰ ਰਿਹਾ ਤੁਸੀਂ ਉਹਨੂੰ ਨਾ ਜਾਣਦੇ ਹੋਵੋ, ਪਰ ਜਿਹੜਾ ਅਮਰੀਕਾ, ਇੰਗਲੈਂਡ, ਕੈਨੇਡਾ ਬੰਦਾ ਬੈਠਾ ਨਾ ਉਹ ਜਾਣਦਾ ਉਹਨੂੰ, ਉਹ ਤੁਹਾਨੂੰ ਦੱਸ ਦਿੰਦੇ ਵੀ ਯਾਰ ਤੁਹਾਡੇ ਫਲਾਨਾ ਬੰਦਾ ਵਧੀਆ ਗਾਉਂਦਾ ਉਹ। ਠੀਕ ਹੈ ਨਾ। ਤੇ ਇਸ ਕਰਕੇ ਮਤਲਬ ਜਿਹੜੀ ਪਛਾਣ ਆ ਉਹ ਵੀ ਕੋਈ ਸੀਮਤ ਪਛਾਣ ਨਹੀਂ ਮਿਲੀ, ਬੜੀ ਖੁੱਲੀ ਔਰ ਬੜੀ ਮਤਲਬ ਜਿਹੜੀ ਸੰਸਾਰ ਪੱਧਰ ਦੀ ਪਛਾਣ ਮਿਲੀ। ਔਰ ਇੱਥੋਂ ਦੇ ਜਿਹੜੇ ਕੀਤੇ ਗਏ ਕੰਮ ਨੇ ਦੂਰਦਰਸ਼ਨ ਦੇ, ਭਾਵੇਂ ਉਹ ਨਾਟਕਾਂ ਦੇ ਰੂਪ 'ਚ ਨੇ, ਭਾਵੇਂ ਉਹ ਜਨ ਤੱਕ ਪਹੁੰਚਾਉਣ ਵਾਲੀ ਕੋਈ ਜਾਣਕਾਰੀ ਹੈ, ਕੋਈ ਵੀ ਅਜਿਹੀ ਜੇ ਵਾਤਾਵਰਣ ਦੇ ਨਾਲ ਸੰਬੰਧਿਤ ਕੋਈ ਗੱਲ ਆ ਜਾਂ ਕਦਰਾਂ ਕੀਮਤਾਂ ਦੇ ਨਾਲ ਕੋਈ ਸੰਬੰਧਿਤ ਗੱਲ ਆ, ਸਾਡੇ ਰੁੱਤ ਤਿੱਤ ਤਿਉਹਾਰ ਕੋਈ ਵੱਖਰਾ ਨਿਵੇਕਲਾ ਕਦਮ ਅਸੀਂ ਪੁੱਟਣਾ, ਉਹ ਸਾਰਾ ਅਸੀਂ ਦਰਸ਼ਕਾਂ ਨੂੰ ਨਾਲ ਲੈ ਕੇ ਚੱਲੇ ਹਾਂ। ਬਿਲਕੁਲ। ਮਤਲਬ ਜਿਹੜਾ ਸ਼ੁਰੂ ਤੋਂ ਦੂਰਦਰਸ਼ਨ ਰੇਡੀਓ ਦਾ ਹਿੱਸਾ ਰਿਹਾ, ਔਰ ਰੇਡੀਓ ਜਿਹੜਾ ਸਾਡਾ ਇਹ ਪਬਲਿਕ ਬ੍ਰੌਡਕਾਸਟਿੰਗ ਸਰਵਿਸ ਹੈਗੀ ਕਿ ਲੋਕਾਂ ਦੀ ਸੇਵਾ ਲਈ ਜਿਹੜਾ ਜਨਸੰਚਾਰ ਆ ਇਹਦੀ ਵਰਤੋਂ ਕੀਤੀ ਜਾਵੇ। ਤੇ ਉਹ ਕੁਦਰਤੀ ਤੌਰ ਤੇ ਮਤਲਬ ਜਦੋਂ ਜਿਹੜਾ ਸਾਡਾ ਇੱਕ ਤਰੀਕੇ ਨਾਲ ਜਿਹੜਾ ਐਂਸੈਸਟਰਲ ਸਾਡੀ ਆਰਗੇਨਾਈਜੇਸ਼ਨ ਰੇਡੀਓ ਸੀ, ਉੱਥੋਂ ਤੋਂ ਜਿਹੜੀ ਸਿੱਖਿਆ ਮਿਲੀ ਆ ਕਿ ਜੋ ਕੁਝ ਕਰਨਾ ਆ ਇਹ ਸਰਕਾਰ ਦੇ ਨਾਲ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵਿੱਚ ਨਿਭਾਉਂਦੇ ਹੋਏ ਬੇਸਿਕਲੀ ਅਸੀਂ ਲੋਕਾਂ ਲਈ ਕਰਨਾ ਹੈ। ਠੀਕ ਹੈ ਨਾ। ਤੇ ਇਸ ਕਰਕੇ ਸਮਾਜਿਕ ਪੱਧਰ ਦੇ ਉੱਪਰ, ਵਿਅਕਤੀਗਤ ਪੱਧਰ ਦੇ ਉੱਪਰ, ਸੱਭਿਆਚਾਰਕ ਪੱਧਰ ਦੇ ਉੱਪਰ ਜਿੱਥੇ ਵੀ ਉਹਨੂੰ ਪ੍ਰਫੁੱਲਿਤ ਕਰਨ ਦੀ ਸਮਰੱਥਾ
ਇਹ ਦੂਰਦਰਸ਼ਨ 'ਚ ਉਹ ਵਰਤੀ ਜਾ ਸਕਦੀ ਸੀ, ਉਹ ਹਰੇਕ ਤਰੀਕੇ ਨਾਲ ਵਰਤੀ ਗਈ ਹੈ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਵੀ ਇੱਥੋਂ ਦਾ ਜਿਹੜਾ ਪੂਰੇ ਹਿੰਦੁਸਤਾਨ ਦਾ ਜਿੱਥੇ ਜਿੱਥੇ ਸਾਡੇ ਕੇਂਦਰ ਹੈਗੇ ਆ, ਉੱਥੇ ਜਿੰਨੇ ਉਹਨਾਂ ਦੀਆਂ ਲੋਕਲ ਤਿਉਹਾਰ ਹੈਗੇ ਆ, ਲੋਕਲ ਉੱਥੇ ਦੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ, ਚਾਹੇ ਉਹ ਸਮਾਜਿਕ ਖੇਤਰ ਦੀਆਂ, ਚਾਹੇ ਜਿਹੜੀਆਂ ਸੱਭਿਆਚਾਰਕ ਖੇਤਰ ਦੀਆਂ, ਚਾਹੇ ਖੇਡ ਦੇ ਮੈਦਾਨ ਵਿੱਚੋਂ ਆ, ਜਿੱਦਾਂ ਜਿੱਦਾਂ ਦੀ ਵੀ ਜਿਹੜੇ ਖੇਤਰ ਵਿੱਚ ਜਾਂ ਜਿੱਥੇ ਕੋਈ ਇੱਦਾਂ ਮੇਲੇ ਲੱਗਦੇ ਆ, ਹੁਣ ਜਿੱਦਾਂ ਫਰਜ਼ ਕੀਤਾ ਇੱਕ ਕੇਰਲਾ ਦੇ ਵਿੱਚ ਉੱਥੇ ਕਿਸ਼ਤੀਆਂ ਦੀ ਦੌੜ ਹੁੰਦੀ ਆ, ਠੀਕ ਹੈ ਨਾ, ਉਹ ਬਾਹਰ ਐਸੇ ਇਦਾਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਉੱਥੇ, ਠੀਕ ਹੈ ਨਾ। ਹੁਣ ਉਹ ਫਿਰ ਮਤਲਬ ਜਿਹੜਾ ਉਹਨੂੰ ਕਵਰ ਕਰਕੇ ਦੂਰਦਰਸ਼ਨ ਨੇ ਫਿਰ ਉਹਨੂੰ ਸਾਰੇ ਲੋਕਾਂ ਦੇ ਨਾਲ ਜੋੜਿਆ, ਲੋਕਾਂ ਨੂੰ ਪਤਾ ਉਹਦੇ ਨਾਲ ਫਿਰ ਕੀ ਹੋਇਆ ਕਿ ਇੱਕ ਤਾਂ ਜਿਹੜਾ ਸਥਾਨਕ ਪੱਧਰ ਦਾ ਸੱਭਿਆਚਾਰ ਸੀ ਉਹ ਵਿਕਸਿਤ ਹੋਇਆ, ਲੋਕਾਂ ਦੇ ਮਨ ਦੇ ਵਿੱਚ ਲੋਕਾਂ ਨੂੰ ਪਤਾ ਲੱਗਾ ਵੀ ਮੈਂ ਜੇ ਉੱਥੇ ਬੇੜੀ ਦੇ ਵਿੱਚ ਦੌੜਨ ਜਾਊਂਗਾ ਤਾਂ ਮੈਂ ਉੱਥੇ ਇਕੱਲਾ ਹੀ ਨਹੀਂ ਹੋਣਾ, ਮੈਨੂੰ ਪੂਰੀ ਦੁਨੀਆ ਨੇ ਦੇਖਣਾ, ਇਸ ਕਰਕੇ ਪੂਰਾ ਜ਼ੋਰ ਲਾ ਕੇ ਫਿਰ ਉੱਥੇ ਜਿਹੜੇ ਹੈਗੇ ਉਹਦੇ ਵਿੱਚ ਉਹ ਹਿੱਸਾ ਲੈਂਦੇ ਆ, ਠੀਕ ਹੈ ਨਾ। ਇਦਾਂ ਹੀ ਹੁਣ ਜਿੱਦਾਂ ਕਬੱਡੀ ਆ, ਕਬੱਡੀ ਪਹਿਲਾਂ ਆਪਣੇ ਪਿੰਡਾਂ ਤੱਕ ਹੀ ਸੀਮਿਤ ਸੀਗੀ, ਉਹ ਵੀ ਪੂਰੇ ਪੰਜਾਬ 'ਚ ਨਹੀਂ, ਠੀਕ ਨਹੀਂ, ਲੇਕਿਨ ਅੱਜ ਜਿਹੜੀ ਕਬੱਡੀ ਆ ਉਹ ਇੰਟਰਨੈਸ਼ਨਲ ਗੇਮ ਹੈ, ਔਰ ਅੱਜ ਜਿਹੜੀ ਕਬੱਡੀ ਆ ਜਿਹੜੀ ਕਿ ਇੱਕ ਪੂਰੀ ਦੁਨੀਆ ਦਾ ਇੱਕ ਜਿਹੜਾ ਛੋਟਾ ਜਿਹਾ ਖਿੱਤਾ ਹੈਗਾ, ਉਹਦੇ ਵਿੱਚ ਜਿਹੜੀ ਪੈਦਾ ਹੋ ਕੇ ਔਰ ਉੱਥੇ ਹੀ ਆਪਣੇ ਪਿੰਡਾਂ 'ਚ ਹੀ ਜਿਹੜੀ ਖਤਮ ਹੋ ਜਾਂਦੀ ਸੀ, ਅੱਜ ਉਹ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਦੀ ਹੋਈ ਆ। ਔਰ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਜਿਹੜੀ ਕਮਰਸ਼ੀਅਲ ਗੇਮ ਆ ਉਹ ਕ੍ਰਿਕਟ ਆ, ਔਰ ਕਬੱਡੀ ਕ੍ਰਿਕਟ ਦਾ ਮੁਕਾਬਲਾ ਕਰ ਰਹੀ ਹੈ। ਜੇ ਕਬੱਡੀ ਪਿੰਡੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕ੍ਰਿਕਟ ਦੇ ਮੁਕਾਬਲੇ 'ਚ ਖੜੀ ਹੋਈ ਆ ਨਾ, ਇਹ ਦੂਰਦਰਸ਼ਨ ਖੜਾ, ਇਹ ਵੀ ਕਿਤੇ ਨਾ ਕਿਤੇ ਇਹਦੇ ਮਗਰ ਦੂਰਦਰਸ਼ਨ ਖੜਾ। ਤਾਂ ਕਹਿਣ ਦਾ ਮਤਲਬ ਕੀ ਆ ਕਿ ਫਿਰ ਜਿਹੜੇ ਜ਼ਿੰਦਗੀ ਦਾ ਹਰੇਕ ਖੇਤਰ ਆ ਉਹਨੂੰ ਦੂਰਦਰਸ਼ਨ ਨੇ ਆਪਣੇ ਤਰੀਕੇ ਨਾਲ ਪ੍ਰਮੋਟ ਕੀਤਾ, ਉਹਨੂੰ ਆਪਣੇ ਤਰੀਕੇ ਨਾਲ ਇੱਕ ਪਲੇਟਫਾਰਮ ਦਿੱਤਾ, ਉਹਨੂੰ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਉਹਦੀ ਇੱਕ ਜਾਣ ਪਛਾਣ ਕਰਾਈ। ਉਹ ਫਿਰ ਜਾਣ ਪਛਾਣ ਜਿਸ ਲਈ ਹੋਈ ਕਿਉਂਕਿ ਫਿਰ ਪੋਟੈਂਸ਼ੀਅਲ ਸੀਗੀ, ਠੀਕ ਹੈ ਨਾ, ਹਿੰਦੁਸਤਾਨ ਦੇ ਸੱਭਿਆਚਾਰ ਪੋਟੈਂਸ਼ੀਅਲ ਸੀਗੀ, ਤੇ ਫਿਰ ਕੁਦਰਤੀ ਤੌਰ ਤੇ ਉਹ ਇੱਕਦਮ ਉਹ ਜਿਹੜੀ ਆ ਉਹ ਮਕਬੂਲ ਵੀ ਹੋ ਰਹੀ, ਇੱਕਦਮ ਜਿੱਦਾਂ ਹਵਾ ਵਾਂਗੂ ਫੈਲ ਗਈ ਫਿਰ, ਠੀਕ ਹੈ ਨਾ। ਤੇ ਇਹ ਗੱਲ ਬਿਲਕੁਲ ਸਹੀ ਆ ਕਿ ਇਹ ਵੈਸੇ ਉੱਪਰੋਂ ਦੇਖਣ ਨੂੰ ਲੱਗਦਾ ਜਿੱਦਾਂ ਜਿਹੜੇ ਕਮਰਸ਼ੀਅਲ ਚੈਨਲਸ ਹੈਗੇ ਆ ਉਹਨਾਂ ਦੇ ਵਿੱਚ ਚਮਕ ਦਮਕ ਬਹੁਤ ਆ, ਤੇ ਕੁਦਰਤੀ ਤੌਰ ਤੇ ਚਮਕ ਦਮਕ ਵੱਲ ਜਿਹੜਾ ਹੈਗਾ ਪਹਿਲਾਂ ਖਿੱਚਿਆ ਜਾਂਦਾ ਬੰਦਾ, ਠੀਕ ਹੈ ਨਾ। ਤੇ ਜਿਸਲੇ ਵੀ ਕੋਈ ਵੀ ਬੰਦਾ ਜਿਸਲੇ ਥੋੜਾ ਜਿਹਾ ਉਹ ਸੋਚਦਾ ਨਾ ਉਹਦੇ ਬਾਰੇ, ਫਿਰ ਹਰੇਕ ਬੰਦਾ ਇਸ ਸਿੱਟੇ ਤੇ ਪਹੁੰਚਦਾ। ਜਾਂ ਅਸੀਂ ਜਦੋਂ ਆਪਣੀ ਟਕਸਾਲੀ ਭਾਸ਼ਾ 'ਚ ਕਹਿੰਦੇ ਆ ਨਾ ਵੀ ਉੱਪਰੋਂ ਸਾਨੂੰ ਚੀਜ਼ਾਂ ਲੁਭਾਉਣੀਆਂ ਵਧੀਆ ਲੱਗਦੀਆਂ, ਸਾਡੀ ਅੱਖ ਜਾਂਦੀ ਉੱਧਰ, ਫਿਰ ਜਦੋਂ ਅਸੀਂ ਨਿੱਠ ਕੇ ਵੇਖਦੇ ਆ ਨਾ ਕਿਸੇ ਚੀਜ਼ ਨੂੰ ਫਿਰ ਪਤਾ ਲੱਗਦਾ। ਕਿਉਂਕਿ ਅੱਜ ਵੀ ਦੇਖੋ ਬੇਸ਼ੱਕ ਜਿਹੜਾ ਦੂਰਦਰਸ਼ਨ ਆ ਜਾਂ ਰੇਡੀਓ ਸਰਕਾਰੀ ਅਦਾਰਾ ਆ, ਮੈਂ ਦੱਸਿਆ ਉਹ ਆਪਣੀਆਂ ਮਜਬੂਰੀਆਂ ਹੁੰਦੀਆਂ, ਲੇਕਿਨ ਉਹਦੇ ਬਾਵਜੂਦ ਵੀ ਅੱਜ ਵੀ ਜੇ ਖਬਰਾਂ ਦੀ ਜਿਹੜੀ ਵਿਸ਼ਵਾਸਨੀਤਾ ਜਿਹਨੂੰ ਆਪਾਂ ਕਹਿੰਦੇ ਆ, ਵਿਸ਼ਵਾਸ ਜਿਹੜਾ ਹੈਗਾ ਅੱਜ ਵੀ ਦੂਰਦਰਸ਼ਨ ਦਾ ਹੀ ਆ, ਰੇਡੀਓ ਦਾ ਹੀ ਆ। ਹਾਲਾਂਕਿ ਆਪਣੇ ਜ਼ਿੰਮੇਵਾਰੀ ਭਾਰੀ ਹੈ ਕਿ ਵੀ ਆਪਾਂ ਸਰਕਾਰ ਨੂੰ ਵੀ ਬੈਲੈਂਸ ਕਰਨਾ ਨਾਲ, ਲੋਕਾਂ ਨੂੰ ਵੀ ਬੈਲੈਂਸ ਕਰਨਾ, ਪਰ ਫਿਰ ਵੀ ਅੱਜ ਵੀ ਜਿਸਲੇ ਕਿਸੇ ਨੇ ਕੋਈ ਅਥੈਂਟਿਕ ਜਾਂ ਸੱਚੀ ਖਬਰ ਜਾਂ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਨਿਰਖੀ ਪਰਖੀ ਖਬਰ ਸੁਣਨੀ ਆ ਨਾ, ਉਹ ਅੱਜ ਵੀ ਦੂਰਦਰਸ਼ਨ ਤੇ ਨਿਰਭਰ ਕਰਦਾ। ਉਹ ਵੀ ਸਿਆਣੇ ਉਸ ਵੇਲੇ ਇਹ ਕਹਿੰਦੇ ਆ ਉਹ ਦੂਰਦਰਸ਼ਨ ਲਾਓ ਪਤਾ ਲੱਗ ਜਾਊਗਾ। ਔਰ ਦੂਸਰੀ ਗੱਲ ਇੱਕ ਹੋਰ, ਜਿਹੜੀਆਂ ਖਬਰਾਂ ਉਹਨਾਂ ਦੀ ਜਿਹੜੀ ਵਿਸ਼ਵਸਨੀਅਤਾ ਉਹਦੀ ਉਹ ਕਿੱਦਾਂ ਕਿ ਜਿਸਲੇ ਸਾਡਾ ਸ਼ਾਮ ਨੂੰ ਖਬਰਾਂ ਦਾ ਟਾਈਮ ਹੁੰਦਾ ਨਾ, ਬੁਲੇਟਿਨ ਹੁੰਦਾ ਜਦੋਂ, ਉਹ ਹਲੇ ਬਾਕੀ ਸਾਰੇ ਉਹਨੇ ਇੱਕ ਤਰੀਕੇ ਨਾਲ ਬੰਦ ਕੀਤੇ ਹੁੰਦੇ ਆ, ਠੀਕ ਹੈ ਨਾ, ਉਸਲੇ ਆਪਣੇ ਕੋਈ ਰਿਪੀਟ ਲਾਏ ਹੁੰਦੇ ਆ, ਠੀਕ ਨਹੀਂ। ਤੇ ਉਹ ਫਿਰ ਸਾਡਾ ਖਬਰਾਂ ਦਾ ਟਾਈਮ ਉਹਨੂੰ ਪਤਾ ਵੀ ਸਾਡਾ ਕਿਸੇ ਨੇ ਨਹੀਂ ਦੇਖਣਾ, ਠੀਕ ਨਹੀਂ ਗੱਲ। ਇਹ ਸਾਡਾ ਵਿਸ਼ਵਾਸ ਆ, ਠੀਕ ਹੈ ਨਾ। ਤੇ ਮੇਰਾ ਮਤਲਬ ਸਰਕਾਰੀ ਦਾ ਉਹ ਜਿਹੜੇ ਪ੍ਰਾਈਵੇਟ ਚੈਨਲ ਆ ਉਹਨਾਂ ਦੀ ਇਦਾਂ ਦੀ ਕੋਈ ਮਜਬੂਰੀ ਨਹੀਂ, ਠੀਕ ਹੈ ਨਾ। ਡਾਕਟਰ ਸਾਹਿਬ ਇਹ ਜਿਹੜਾ ਵਿਸ਼ਵਾਸ ਹੈ ਨਾ ਇਹ ਬਣਾਇਆ ਬਣਦਾ, ਹਾਂ ਬਿਲਕੁਲ। ਤੇ ਇਹਦੇ ਪਿੱਛੇ ਨੀਹਾਂ ਦੇ ਵਿੱਚ ਨਾ ਅਣਥੱਕ ਮਿਹਨਤ ਤੇ ਘਾਲ ਕਮਾਈ ਜਿਹੜੀ ਹੈ ਉਹ ਲੁਕੀ ਹੋਈ ਹੈ, ਤਾਂ ਇੱਥੇ ਤੱਕ ਅਸੀਂ ਪਹੁੰਚੇ ਹਾਂ। ਇਹਨਾਂ ਗੱਲਾਂ ਨੂੰ ਫਿਰ ਜਾਰੀ ਕਰਦੇ ਹਾਂ, ਤੁਹਾਨੂੰ ਤੇ ਦਰਸ਼ਕਾਂ ਨੂੰ ਇੱਕ ਗੀਤ ਨਾਲ ਜੋੜਦੇ ਹਾਂ, ਤੇ ਉਸ ਤੋਂ ਬਾਅਦ ਫਿਰ ਚਰਚਾ ਕਰਦੇ ਹਾਂ।
ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਗੱਲਾਂ ਤੇ ਗੀਤ। ਦੂਰਦਰਸ਼ਨ ਦਿਵਸ ਅੱਜ ਦਾ ਉਹ ਦਿਹਾੜਾ ਜਦੋਂ ਦੂਰਦਰਸ਼ਨ ਤੁਹਾਡੇ ਤੀਕ ਪਹੁੰਚਿਆ। ਗੱਲਬਾਤ ਕਰ ਰਹੇ ਹਾਂ, ਮਾਹਿਰ ਮਹਿਮਾਨ ਇਸ ਵੇਲੇ ਸਾਡੇ ਕੋਲ ਨੇ ਜਿਹੜੇ ਸਾਡੇ ਆਪਣੇ ਹੀ ਨੇ। ਡਿਪਟੀ ਡਾਇਰੈਕਟਰ ਜਨਰਲ ਸਾਬਕਾ ਪ੍ਰੋਗਰਾਮ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਡਾਕਟਰ ਦਲਜੀਤ ਸਿੰਘ। ਡਾਕਟਰ ਸਾਹਿਬ, ਨਵੇਂ ਸਾਲ ਦੇ ਪ੍ਰੋਗਰਾਮ ਜਿਨ੍ਹਾਂ ਦਾ ਹਾਲੇ ਤੀਕ ਵੀ ਨਾ ਲੋਕਾਂ ਨੂੰ ਬੜੀ ਬੇਸਬਰੀ ਦੇ ਨਾਲ ਉਡੀਕ ਰਹਿੰਦੀ ਹੈ, ਇੰਤਜ਼ਾਰ ਰਹਿੰਦਾ ਹੈ, ਤੇ ਇਸ ਚੀਜ਼ ਦਾ ਉਸ ਤੋਂ ਵੀ ਵੱਧ ਇੰਤਜ਼ਾਰ ਰਹਿੰਦਾ ਵੀ ਨਾ ਕੀ ਹੈ ਐਤਕੀ, ਤੇ ਉਹਦੇ ਨਾਲ ਅੰਦਰ ਲੁਕੀ ਹੋਈ ਗੱਲ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਵੀ ਅਸੀਂ ਜਨ ਕਲਿਆਣ ਵੀ ਕਰਨਾ ਹੈ ਤੇ ਕਮਾਈ ਵੀ ਕਰਨੀ ਹੈ। ਸੋ ਇਹਨੂੰ ਇੱਕ ਸਮਤੋਲ ਬਣਾ ਕੇ ਚੱਲਿਆ ਦੂਰਦਰਸ਼ਨ। ਹਾਂਜੀ ਹਾਂਜੀ, ਨਹੀਂ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੀਆਂ ਵੱਖ-ਵੱਖ ਫੋਰਸਿਸ ਸੀਗੀਆਂ ਉਹਨਾਂ ਦੇ ਵਿੱਚ ਇੱਕ ਸਮਤੋਲ ਬਣਾਇਆ ਜੀ, ਔਰ ਮਤਲਬ ਕਾਫੀ ਹੱਦ ਤੱਕ ਇਹ ਬੈਲੈਂਸ ਬਣਾਉਂਦੇ ਕਿਤੇ ਇੱਦਾਂ ਨਹੀਂ ਹੋਇਆ ਕਿ ਅਸੀਂ ਕਮਾਈ ਦੇ ਵਿੱਚ ਕਿਸੇ ਤਰੀਕੇ ਨਾਲ ਪਿੱਛੇ ਰਹੇ ਹੋਈਏ। ਸਾਡੇ ਮਤਲਬ ਜਿੱਦਾਂ ਪੂਰੇ ਹਿੰਦੁਸਤਾਨ 'ਚ ਖਾਸ ਕਰਕੇ ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੂੰਗਾ, ਜਲੰਧਰ ਦੇ ਸਾਡੇ ਬਹੁਤੇ ਇੱਦਾਂ ਦੇ ਪ੍ਰੋਗਰਾਮ ਸੀਗੇ ਕਿ ਜਿਨ੍ਹਾਂ ਦੇ ਉੱਪਰ ਮਤਲਬ ਜਿਹੜਾ ਹੈਗਾ, ਜਿੱਦਾਂ ਸਾਡਾ ਨਵੇਂ ਸਾਲ ਦਾ ਪ੍ਰੋਗਰਾਮ ਸੀਗਾ ਤੇ ਉਹ ਜਿਸਲੇ ਸਾਡਾ ਚੱਲ ਜਾਂਦਾ ਸੀ ਇੱਥੇ, ਉਹ ਚੱਲ ਜਾਂਦਾ ਸੀ, ਬਾਅਦ ਦੇ ਵਿੱਚ ਅਸੀਂ ਉਹਨੂੰ ਮਾਰਕੀਟ ਕਰਦੇ ਸੀ ਤੇ ਉਹਦੇ ਮੂੰਹ ਮੰਗੇ ਪੈਸੇ ਮਿਲਦੇ ਸੀ। ਔਰ ਮਤਲਬ ਆ ਕਿ ਪੈਸੇ ਤਾਂ ਹੁੰਦੇ ਸੀ, ਸਿਫਾਰਸ਼ਾਂ ਹੁੰਦੀਆਂ ਸੀਗੀਆਂ ਜੀ ਵੀ ਅਸੀਂ ਇਸ ਵਾਰ ਅਸੀਂ ਲੈਣਾ, ਤਾਂ ਬਾਅਦ 'ਚ ਅਸੀਂ ਉਦੋਂ ਕੈਸਟਾਂ ਹੁੰਦੀਆਂ ਸੀ ਬਣਾ ਕੇ ਉਹ ਲੋਕ ਵੇਚਦੇ ਸੀ। ਔਰ ਇੱਦਾਂ ਹੀ ਜਿਹੜੇ ਮਤਲਬ ਸਾਡੇ ਹੋਰ ਕਈ ਪ੍ਰੋਗਰਾਮ ਸੀ, ਜਿੱਦਾਂ ਲਸ਼ਕਾਰਾ ਪ੍ਰੋਗਰਾਮ ਸੀਗਾ, ਉਹਦੇ ਵਿੱਚ ਮਤਲਬ ਉਹਦੀ ਇੱਦਾਂ ਸੀਗੀ ਕਿ ਵੀ ਉਹਦੇ ਉੱਪਰ ਜਿਹੜੇ ਕਮਰਸ਼ੀਅਲ ਆਉਂਦੇ ਸੀ ਨਾ, ਉਹ ਅਸੀਂ ਤਾਂ ਉਹਦੀ ਕਮਾਈ ਕਰਦੇ ਸੀਗੇ, ਲੇਕਿਨ ਜਿਹੜੇ ਸਿੰਗਰ ਉਹਦੇ ਉੱਪਰ ਚੱਲ ਜਾਂਦੇ ਸੀ ਨਾ, ਉਹਨਾਂ ਦੀ ਆਪਣੇ ਤੌਰ ਤੇ ਕਮਾਈ ਹੋ ਜਾਂਦੀ ਕਿ ਉਹਨਾਂ ਨੂੰ ਪਤਾ ਵੀ ਇੱਕ ਵਾਰੀ ਇਹ ਮਤਲਬ ਉਸ ਸਮੇਂ ਦੇ ਵਿੱਚ ਇੱਕ ਤਰੀਕੇ ਨਾਲ ਇੱਕ ਕਸਵੱਟੀ ਹੋ ਗਈ ਸੀ ਵੀ ਜਿੰਨੇ ਬਤੌਰ ਸਿੰਗਰ ਪੰਜਾਬੀ ਦਾ ਪ੍ਰਵਾਨ ਹੋਣਾ ਹੈ ਨਾ, ਉਹ ਇੱਕ ਵਾਰ ਲਸ਼ਕਾਰੇ 'ਚ ਗਾ ਲਵੇ। ਔਰ ਜਿਸਲੇ ਜਿਹੜੇ ਕੈਸਟਾਂ ਬਾਹਰ ਬਣਾਉਂਦੇ ਸੀਗੇ, ਉਹ ਕੋਈ ਸਿੰਗਰ ਜਾਂਦਾ ਸੀ ਵੀ ਮੇਰੀ ਕੈਸਟ ਕੱਢ ਦਿਓ, ਤਾਂ ਫਿਰ ਪਹਿਲੀ ਗੱਲ ਇਹ ਪੁੱਛਦੇ ਸੀ, ਉਹਦੀ ਪਹਿਲੀ ਗੱਲ ਵੀ ਉੱਥੇ ਲਸ਼ਕਾਰੇ 'ਚ ਗਾਇਆ, ਠੀਕ ਹੈ ਨਾ। ਤੇ ਜੇ ਲਸ਼ਕਾਰੇ 'ਚ ਗਾਇਆ ਹੁੰਦਾ ਉਹ ਸਮਝਦਾ ਫਿਰ ਜਿੱਦਾਂ ਹੁਣ ਅੱਜ ਕੱਲ੍ਹ ਜਿੱਦਾਂ ਆਈਲੈਟ ਹੈਗਾ ਨਾ, ਵੀ ਜੇ ਤੁਹਾਡੇ ਇੰਨੇ ਹੈਗੇ ਤਾਂ ਤੁਸੀਂ ਪਾਸ ਆ, ਇਦਾਂ ਹੀ ਫਿਰ ਜੇ ਤੁਸੀਂ ਸਿੰਗਰ ਲਈ ਤੁਹਾਡੀ ਆਈਲੈਟ ਹੁੰਦੀ ਸੀ, ਠੀਕ ਹੈ ਨਾ, ਕਿ ਵੀ ਜੇ ਜੇ ਲਸ਼ਕਾਰੇ 'ਚ ਗਾਤਾ ਇਹਦਾ ਮਤਲਬ ਤੁਸੀਂ ਤੁਹਾਡੀ ਲੋਕਾਂ 'ਚ ਪ੍ਰਵਾਨਗੀ ਹੈਗੀ। ਤਾਂ ਮਤਲਬ ਜਿਹੜੀ ਸਾਡੀ ਕਮਰਸ਼ੀਅਲ ਪ੍ਰਾਪਤੀ ਆ ਇੱਕ ਪੱਧਰ ਦੀ ਨਹੀਂ ਸੀ, ਕਈ ਪੱਧਰਾਂ ਦੀ ਸੀਗੀ, ਠੀਕ ਨਹੀਂ ਗੱਲ। ਅਸੀਂ ਆਪ ਵੀ ਕਮਾਉਂਦੇ, ਮਤਲਬ ਸਾਡੇ ਪ੍ਰੋਗਰਾਮਾਂ ਦੇ ਨਾਲ ਅਸੀਂ ਦੂਰਦਰਸ਼ਨ ਵੀ ਪੈਸੇ ਕਮਾਉਂਦਾ ਸੀ, ਜਿਹੜੇ ਸਾਡੇ ਆਣ ਕੇ ਕਲਾਕਾਰ ਹੁੰਦੇ ਸੀ ਉਹਨਾਂ ਦੀ ਵੀ ਜਿਹੜੀ ਕਮਾਈ ਆ ਜਾਂ ਉਹਨਾਂ ਦਾ ਵੀ ਜਿਹੜਾ ਵਪਾਰਕ ਇੱਕ ਤਰੀਕੇ ਨਾਲ ਜਿਹੜੀ ਪੋਸੀਬਿਲਿਟੀ ਆ ਉਹ ਵੱਧਦੀ ਸੀ। ਜੀ ਡਾਕਟਰ ਸਾਹਿਬ, ਇਹ ਜਿੱਥੇ ਨਾ ਕਮਰਸ਼ੀਅਲ ਦੀ ਗੱਲ ਕੀਤੀ ਹੈ, ਅਸੀਂ ਕਮਾਈ ਵੀ ਵਾਧੂ ਕੀਤੀ, ਪਰਮਾਤਮਾ ਹੋਰ ਇਸ ਅਦਾਰੇ ਨੂੰ ਪੁਖਤਗੀ ਦੇਵੇ ਵੀ ਹੋਰ ਬੁਲੰਦੀਆਂ ਚੁਹੀਏ। ਉਹਦੇ ਨਾਲ ਨਾ ਇੱਕ ਟਰਮ ਜਿਹੜੀ ਹੈ ਸੋਸ਼ਲ ਮੀਡੀਆ ਨੇ ਜੋੜ ਦਿੱਤੀ, TRP। ਉਹਦੇ ਵਿੱਚ ਹਰ ਬੰਦਾ ਕੋਸ਼ਿਸ਼ ਕਰੀ ਜਾਂਦਾ ਹੈ ਵੀ ਮੈਂ ਸਭ ਤੋਂ ਉੱਤੇ ਹੋਣਾ ਚਾਹੀਦਾ। ਉਹਦੇ ਵਾਸਤੇ ਉਹ ਗਾਏ ਬਗਾਏ ਅਜਿਹੇ ਕਦਮ ਚੁੱਕ ਰਿਹਾ ਜਿਹੜੇ ਉਹਨੂੰ ਨਹੀਂ ਚੁੱਕਣੇ ਚਾਹੀਦੇ। ਉੱਥੇ ਜਦੋਂ ਉਸ ਕਸਵੱਟੀ ਤੇ, ਉਸ ਮੁਕਾਮ ਤੇ ਜਾਂ ਉਸ ਪਲੇਟਫਾਰਮ ਤੇ ਦੂਰਦਰਸ਼ਨ ਨੂੰ ਖੜਾ ਵੇਖਦੇ ਆ ਨਾ, ਤੇ ਬੜਾ ਮਾਣ ਮਹਿਸੂਸ ਹੁੰਦਾ। ਉਹ ਮੈਂ ਇਹ 'ਚ ਗੱਲ ਕਰਨ ਲੱਗਾ ਸੀ ਕਿ ਉਹ ਜਿਹੜਾ ਮਤਲਬ TRP ਵਾਲਾ ਚੱਕਰ ਹੈ ਨਾ, ਉਹਦੀ ਮਤਲਬ ਦੂਰਦਰਸ਼ਨ ਨੇ ਪ੍ਰਵਾਹ ਕੀਤੇ ਬਗੈਰ ਲੋਕ ਉਹਦੀ ਪ੍ਰਵਾਹ ਵੀ ਕਰਦੇ ਆ, ਔਰ ਉਹਦੇ ਲਈ ਸਾਰੇ ਜਫਰ ਵੀ ਜਾਲਦੇ ਆ। ਔਰ ਜਿੱਦਾਂ ਤੁਸੀਂ ਗੱਲ ਕੀਤੀ ਆ, ਪੁੱਠੇ ਸਿੱਧੇ ਕਈ ਕੁਛ ਕਰਦੇ ਆ, ਠੀਕ ਹੈ ਨਾ। ਇਸ ਹੱਦ ਤੱਕ ਵੀ ਜਾਂਦੇ ਕਿ ਖਬਰਾਂ ਘਰੋਂ ਬਣਾ ਕੇ ਚਲਾ ਦਿੰਦੇ ਆ। ਤੁਸੀਂ ਦੇਖਦੇ ਆ ਕਿ ਬਹੁਤੀਆਂ ਖਬਰਾਂ ਇਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੇ ਮਤਲਬ ਲੋਕ ਫੜੇ ਵੀ ਗਏ ਆ, ਉਹ ਗੱਲ ਕੁਛ ਵੀ ਨਹੀਂ ਹੁੰਦੀ, ਕਿਉਂਕਿ ਲੋਕ ਉਦਾਂ ਦੀ ਗੱਲ ਸੁਣਨੀ ਪਸੰਦ ਕਰਦੇ, ਆਪ ਹੀ ਖਬਰ ਬਣਾ ਕੇ ਆਪ ਹੀ ਕਰਕੇ ਆਪ ਹੀ ਚਲਾ ਦਿੰਦੇ ਆ, ਇਸ ਕਰਕੇ ਵੀ ਆਪਣੀ TRP ਜਿਹੜੀ ਜ਼ਿਆਦਾ ਆ। ਤੇ ਉਹ ਮੈਂ ਗੱਲ ਕਰਨ ਲੱਗਾ ਸੀਗਾ ਕਿ ਦੂਰਦਰਸ਼ਨ ਨੇ ਇਹ TRP ਦੇ ਚੱਕਰ 'ਚ ਬਿਲਕੁਲ ਨਹੀਂ ਪਿਆ, ਠੀਕ ਹੈ ਨਾ। ਔਰ ਉਹ TRP ਬਣਾਉਣ ਲਈ ਪਤਾ ਨਹੀਂ ਇੱਥੇ ਪਬਲਿਕ ਪਲੇਟਫਾਰਮ ਤੇ ਬਹਿ ਕੇ ਉਹ ਸਾਰੀਆਂ ਗੱਲਾਂ ਕੀਤੀਆਂ ਨਹੀਂ ਜਾ ਸਕਦੀਆਂ, ਲੋਕ ਕੀ ਕਰਦੇ ਆ, ਠੀਕ ਹੈ ਨਾ, ਤੇ ਲੋਕ ਪਤਾ ਨਹੀਂ ਕੀ ਕਰਦੇ ਆ। ਔਰ ਅਸੀਂ ਦੂਰਦਰਸ਼ਨ ਨੇ ਕੁਝ ਵੀ ਨਹੀਂ ਕੀਤਾ ਉਦਾਂ ਦਾ, ਔਰ ਰਾਦਰ ਜਿਹੜਾ ਇਦਾਂ ਦਾ ਕਰਦੇ ਸੀ ਉਹਨਾਂ ਨੂੰ ਨਸੀਹਤ ਦਿੱਤੀ ਵੀ ਜੇ ਭਾਈ ਤੁਸੀਂ ਮੁਕਾਬਲੇ 'ਚ ਆਏ ਆ ਨਾ ਤੇ ਤਕੜੇ ਹੋ ਕੇ ਆਓ, ਆਪਣੀ ਕਲਾ ਨੂੰ ਜਿਹੜਾ ਹੈਗਾ ਪ੍ਰਫੁੱਲਤ ਕਰੋ, ਆਪਣੇ ਜਿਹੜੇ ਪ੍ਰੋਗਰਾਮ ਆ ਉਹਨਾਂ 'ਚ ਜਾਨ ਪਾਓ, ਆਪਣੇ ਆਪ ਨੂੰ ਲੋਕਾਂ ਨਾਲ ਵੈਸੇ ਜੋੜੋ, ਠੀਕ ਹੈ ਨਾ। ਤੇ ਅਸੀਂ ਮਤਲਬ ਜਿਹੜੀ ਸਾਡੀ ਸਭ ਤੋਂ ਦੂਜੀ ਵੱਡੀ ਪ੍ਰਾਪਤੀ ਇਹ ਸੀ ਕਿ ਕਦੀ ਵੀ ਅੱਜ ਤੱਕ ਦੂਰਦਰਸ਼ਨ ਨੇ ਆਪਣੇ ਪ੍ਰੋਗਰਾਮ, ਕਿਉਂਕਿ ਜਿਸਲੇ ਤੁਸੀਂ ਫਿਰ ਪ੍ਰੋਗਰਾਮ ਬਣਾਉਂਦੇ ਆ ਉਸ ਵੇਲੇ ਫਿਰ TRP ਦੀ ਪ੍ਰਵਾਹ ਕਰਦੇ ਆ ਕਿ ਵੀ ਉਦਾਂ ਦੇ ਬਣਾਈਏ, ਜਿਹੜੀ ਅਸੀਂ ਕਦੀ ਇਦਾਂ ਦੀ ਨਹੀਂ ਗੱਲ ਕੀਤੀ ਕਿ ਵੀ ਲੋਕ ਕੀ ਦੇਖਣਾ ਚਾਹੁੰਦੇ ਆ। ਜੇ ਇਦਾਂ ਦੀ ਗੱਲ ਹੁੰਦੀ ਤਾਂ ਫਿਰ ਜੋ ਕੁਝ ਦੂਰਦਰਸ਼ਨ ਆ, ਜਿੱਦਾਂ ਤੁਸੀਂ ਆ ਗਾਣਾ ਸੁਣ ਕੇ ਹਟੇ ਆ, ਫਿਰ ਇਦਾਂ ਦੇ ਗਾਣੇ ਨਾ ਹੁੰਦੇ, ਠੀਕ ਹੈ ਨਾ। ਅਸੀਂ ਜਿਹੜਾ ਸਾਡਾ ਪੱਧਰ ਆ ਉਹ ਬਿਲਕੁਲ ਜਿਹੜਾ ਸੱਭਿਆਚਾਰ ਜਿਹੜਾ ਸਾਡੇ ਸਮਾਜ ਦੀ ਪ੍ਰਫੁੱਲਤਾ ਜਾਂ ਸਾਡੇ ਸਮਾਜ ਦੇ ਵਿਕਾਸ ਦੀ ਜੋ ਮੰਗ ਸੀ, ਉਸ ਪੱਧਰ ਦੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਸੀਗੇ, ਅਸੀਂ ਉਸ ਪੱਧਰ ਦੇ ਪ੍ਰੋਗਰਾਮ ਦਿੱਤੇ ਆ, ਠੀਕ ਹੈ ਨਾ। ਉਹ ਅਸੀਂ ਉਸ ਲਈ ਇਹ ਨਹੀਂ ਦੇਖਿਆ ਵੀ ਲੋਕ ਕੀ ਸੁਣਨਾ ਚਾਹੁੰਦੇ ਆ, ਅਸੀਂ ਇਹ ਵੀ ਦੇਖਿਆ ਕਿ ਲੋਕਾਂ ਨੂੰ ਇਹਨਾਂ ਦਾ ਸੁਣਨਾ ਤੇ ਦੇਖਣਾ ਚਾਹੀਦਾ,
ਇਹ ਕਰਨਾ ਵੀ ਆ ਔਰ ਨਾਲ ਦੀ ਨਾਲ ਅਸੀਂ ਇਦਾਂ ਵੀ ਨਹੀਂ ਵੀ ਆਪਣੇ ਆਪ ਨੂੰ ਇਦਾਂ ਵੀ ਨਹੀਂ ਕਰਨਾ ਵੀ ਇਹ ਬਿਲਕੁਲ ਇਹਨਾਂ ਦੇ ਪੱਧਰ ਤੇ ਜਾ ਕੇ ਆਪਣੇ ਪ੍ਰੋਗਰਾਮਾਂ ਦਾ ਜਿਹੜਾ ਪੱਧਰ ਆ ਉਹ ਥੱਲੇ ਲੈ ਜਾਈਏ ਔਰ ਜਿਹਦੇ ਨਾਲ ਪੂਰੇ ਤੌਰ ਤੇ ਸਮੁੱਚੇ ਤੌਰ ਤੇ ਸਮਾਜ ਨੂੰ ਨੁਕਸਾਨ ਹੋਵੇ। ਤਾਂ ਇਹ ਮਤਲਬ ਸਾਡੀ ਇੱਕ ਦੂਰਦਰਸ਼ਨ ਦੀ ਮੈਂ ਸਮਝਦਾ ਅਗਲੀ ਪ੍ਰਾਪਤੀ ਸੀ ਕਿ ਉਹ TRP ਦੀ ਪੌੜੀ ਚੜ੍ਹ ਕੇ ਜਿਹੜੇ ਲੋਕ ਜਿਹੜੇ ਚੈਨਲਾਂ ਨੇ ਉੱਪਰ ਨੂੰ ਔਰ ਹਰੇਕ ਤਰੀਕੇ ਨਾਲ ਜਫਰ ਜਾਲ ਕੇ ਜਿਹੜੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਆ, ਦੂਰਦਰਸ਼ਨ ਨੇ ਉਹਦੀ ਪਰਵਾਹ ਨਹੀਂ ਕੀਤੀ ਬਿਲਕੁਲ, ਬਗੈਰ ਪਰਵਾਹ ਕੀਤੇ ਉਹਨਾਂ ਦਾ ਮੁਕਾਬਲਾ ਕੀਤਾ। ਜੀ ਠੀਕ ਹੈ ਡਾਕਟਰ ਸਾਹਿਬ, ਇਹੀ ਅੱਗੋਂ ਇੱਕ ਤੁਸੀਂ ਉਪਲਬਧੀਆਂ ਦੀ ਗੱਲ ਕੀਤੀ, ਇਹਦੇ 'ਚ ਇੱਕ ਹੋਰ ਜੋੜ ਦਿੰਦੇ ਆ ਵੀ ਸੰਸਾਰ ਜਿਹੜਾ ਹੈ ਨਾ ਉਹ ਇਸ ਵੇਲੇ ਤੁਹਾਡੀ ਮੁੱਠੀ 'ਚ ਬੰਦ ਆ। ਤੁਹਾਡੇ ਕੋਲ ਤੁਹਾਡਾ ਸਮਾਰਟਫੋਨ ਆ, ਉੱਥੇ ਵੀ ਇਹ ਨਹੀਂ ਵੀ ਅਸੀਂ ਪਿਛਲੱਗੂ ਰਹਿ ਗਏ, ਅਸੀਂ ਉੱਥੇ ਤੱਕ ਪਹੁੰਚ ਕਰ ਗਏ ਹੁਣ ਤੱਕ ਵੀ ਹੁਣ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਸਿੱਧਾ ਨੈੱਟ ਤੇ ਨੇ। ਤੇ ਉਸ ਤੋਂ ਬਾਅਦ ਹੁਣ ਜਿੱਦਾਂ ਅੱਜ ਦਾ ਹੀ ਇਹ ਪ੍ਰੋਗਰਾਮ ਹੈ, ਥੋੜੀ ਦੇਰ ਬਾਅਦ ਜੇ ਕਿਸੇ ਨੇ ਅੱਜ ਕੀ ਪ੍ਰੋਗਰਾਮ ਸੀ, ਅੱਜ ਕੀ ਸੀ, ਅੱਜ ਕੌਣ ਆਏ ਨੇ, ਅੱਜ ਕਿਹੜੀ ਹਸਤੀ ਨੇ, ਅੱਜ ਉਹਨਾਂ ਨੇ ਕਿਹੜੀਆਂ ਗੱਲਾਂ ਕੀਤੀਆਂ, ਉਹ ਥੋੜੀ ਦੇਰ ਬਾਅਦ ਲੋਕਾਂ ਤੱਕ ਪਹੁੰਚ ਜਾਣਾ। ਉਹ ਇਹ ਨਹੀਂ ਵੀ ਘਰੇ ਜਾ ਕੇ ਚੇਚਾ TV ਲਾਵਾਂਗੇ ਤੇ ਫਿਰ ਦਿਸੂਗਾ। ਉਹਨਾਂ ਨੇ ਆਪਣੀ ਜੇਬ ਚੋਂ ਮੋਬਾਈਲ ਕੱਢਣਾ, DD ਪੰਜਾਬੀ ਭਰਨਾ ਤੇ ਉਹਨਾਂ ਨੂੰ ਸਾਫ਼-ਸਾਫ਼ ਸਾਖਸ਼ਾਤਕਾਰ ਹੋ ਜਾਣੇ ਨੇ, ਉਹਨਾਂ ਨੇ ਵੇਖ ਲੈਣਾ। ਸੋ ਇਹਦਾ ਵੀ ਜਿਹੜਾ ਨਾ ਇੱਕ ਕਹਿ ਲਓ ਕਿ ਉਸਾਰੂ ਪੱਖ ਮਿਲਿਆ ਤੇ ਗਾਂ ਵੀ ਇਦਾਂ ਮਿਲੂਗਾ। ਦੇਖੋ ਇਦਾਂ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਜਿਹੜੀ ਇਹ ਟੈਲੀਵਿਜ਼ਨ ਦੀ ਤਕਨੀਕ ਹੈ ਨਾ, ਇਹਨਾਂ ਨੇ ਮਤਲਬ ਦੇਖੋ ਪਿਛਲੇ 30-40 ਸਾਲਾਂ 'ਚ ਸਾਰਾ ਕੁਝ ਹੋਇਆ, ਠੀਕ ਹੈ ਨਾ। ਮਤਲਬ ਜਦੋਂ ਅਸੀਂ ਹਾਲੀ ਕਾਲਜ ਵਿੱਚ ਪੜ੍ਹਦੇ ਸੀਗੇ ਉਦੋਂ ਹਾਲੀ ਇਹਦਾ TV ਕੋਈ ਪਿੰਡ 'ਚ ਇੱਕ ਅੱਧਾ ਹੁੰਦਾ ਸੀਗਾ, ਹੁਣ ਬਹੁਤ ਘੱਟ ਹੁੰਦਾ ਸੀ। ਸ਼ਹਿਰਾਂ 'ਚ ਕੋਈ ਇੱਦਾਂ ਹੁੰਦੇ ਸੀ, ਉਹ ਵੀ ਕਿਸੇ ਦੇ ਘਰ ਜਿਹੜੇ ਪ੍ਰਿਵਿਲੇਜਡ ਲੋਕ ਹੁੰਦੇ ਸੀ। ਤੇ ਦੇਖਦੇ ਉਹ ਪਹਿਲਾਂ TV ਆ ਗਿਆ, ਫਿਰ ਉਹ ਜਿਹੜਾ ਕਲਰਡ TV ਆ ਗਿਆ, ਫਿਰ ਪਹਿਲਾਂ ਦਿੱਲੀ ਤੱਕ ਹੀ ਸੀਮਤ ਸੀ, ਫਿਰ ਦਿੱਲੀ ਤੋਂ 4 ਸ਼ਹਿਰਾਂ ਤੱਕ ਗਏ, ਫਿਰ ਜਿਹੜਾ ਉਹ ਨੈਸ਼ਨਲ ਲੈਵਲ ਦੀ ਹੋ ਗਈ, ਫਿਰ ਉਹ ਜਿਹੜਾ ਕਲਰਡ TV ਹੋ ਗਿਆ, ਫਿਰ ਉਹਦੀ ਕੁਆਲਿਟੀ ਵਧੀਆ ਹੋ ਕੇ HD ਹੋ ਗਈ। ਇਹ ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਉਹਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ, ਜਿਹੜਾ ਵਿਕਾਸ ਹੋਇਆ, ਜਿਹੜੀਆਂ ਖੋਜਾਂ ਹੋਈਆਂ ਇੰਨੀ ਤੇਜ਼ੀ ਨਾਲ ਨਹੀਂ ਹੋਈਆਂ ਕਿ ਵੀ ਅੱਜ ਕੁਝ ਹੋ ਰਿਹਾ ਸਵੇਰੇ ਕੁਝ ਹੋ ਰਿਹਾ। ਮਤਲਬ ਉਹ ਜਿਹੜੇ ਕਈ ਜਿਹੜੇ ਮਤਲਬ ਤਕਨੀਕ ਨਾਲ ਸੰਬੰਧਿਤ ਕਈਆਂ ਦੇ ਜਿਹੜੇ ਕਾਰੋਬਾਰ ਹੈਗੇ ਨਾ, ਉਹਨਾਂ ਦੀ ਜਿਹੜੀ ਫੀਸਾਂ ਜਾਂ ਉਹਨਾਂ ਦੇ ਚਾਰਜਸ ਬਹੁਤ ਹਾਈ ਆ, ਤਾਂ ਉਹਨਾਂ ਨੂੰ ਪੁੱਛੀਦਾ ਵੀ ਤੁਹਾਡਾ ਲੱਗਦਾ ਤਾਂ ਕੁਝ ਵੀ ਨਹੀਂ ਇਹਦੇ ਵਿੱਚ, ਤੇ ਤੁਸੀਂ ਇੰਨੀ ਇਹਦੀ ਫੀਸ ਕੱਲ੍ਹ ਹੀ ਰੱਖੀ ਆ। ਉਹ ਕਹਿੰਦੇ ਜੀ ਇਹਦੀ ਗੱਲ ਨਹੀਂ, ਅੱਜ ਅਸੀਂ ਇੰਨੇ ਕਰੋੜ ਦੀ ਮਸ਼ੀਨ ਖਰੀਦੀ ਆ ਤੇ ਕੱਲ ਨੂੰ ਪਰਸੋਂ ਨੂੰ ਇੱਕ ਹੋਰ ਆ ਜਾਣੀ ਆ, ਤੇ ਆਹ ਸਾਡੀ ਇਹ ਜਿਹੜਾ ਕਵੜਾ ਹੋ ਜਾਣਾ, ਇਹ ਵੀ ਤਾਂ ਅਸੀਂ ਵੈਸੇ ਪੂਰੇ ਕਰਨੇ ਨਾ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੀ ਟੈਕਨੀਕ ਆ ਉਹ ਜਿਸਲੇ ਉਹ ਚੇਂਜ ਹੋ ਰਹੀ ਹੈ ਨਾ, ਇੱਕਦਮ ਜਿਹੜੀ ਪੁਰਾਣੀ ਟੈਕਨੀਕ ਆ ਉਹ ਅਬਸਲੀਟ ਹੋ ਰਹੀ ਹੈ, ਉਹ ਬਾਹਰ ਜਾ ਰਹੀ ਆ, ਉਹ ਕਚਰਾ ਹੋ ਜਾਂਦੀ ਹੈ। ਇਹ ਇੱਕ ਬੜੀ ਤੇਜ਼ੀ ਦੇ ਨਾਲ ਮਤਲਬ ਵੀ ਇਹ ਦੂਰਦਰਸ਼ਨ ਤੋਂ ਲੈ ਕੇ TV ਜਿਹਨੂੰ ਆਪਾਂ ਟੈਲੀਵਿਜ਼ਨ ਕਹਿੰਦੇ ਆ, ਉਹਦੇ ਨਾਲ ਕਿਉਂਕਿ ਦੂਰਦਰਸ਼ਨ ਦਾ ਟੈਲੀਵਿਜ਼ਨ ਇਕੱਠਾ ਹੀ, ਇਸ ਕਰਕੇ ਇਕੱਠੀ ਗੱਲ ਹੋ ਜਾਂਦੀ ਹੈ, ਠੀਕ ਹੈ ਨਾ। ਤੇ ਮੈਂ ਜਿਸਲੇ ਟੈਲੀਵਿਜ਼ਨ ਫਿਰ ਗੱਲ ਕਰਾਂ, ਉਹਦਾ ਮਤਲਬ ਵੀ ਟੈਲੀਵਿਜ਼ਨ ਇੰਡਸਟਰੀ ਹੈ ਸੱਚ। ਤੇ ਉਹਦੇ ਨਾਲ ਹੁਣ ਫਿਰ ਕੀ ਹੋਇਆ ਕਿ ਇਹ ਜਿਹੜਾ ਦੇਖੋ ਪਹਿਲਾਂ ਜਿਸਲੇ ਅਸੀਂ ਟੈਲੀਕਾਸਟ ਕਰਦੇ ਸੀਗੇ, ਆ ਦੇਖੋ ਕਿੱਡਾ ਵੱਡਾ ਅਦਾਰਾ ਆ, ਠੀਕ ਹੈ ਨਾ। ਇੱਥੇ ਕਿੰਨੀ 10-15 ਏਕੜ ਜ਼ਮੀਨ ਆ, ਐਡੀ ਵੱਡੀ ਬਿਲਡਿੰਗ ਆ, ਕੈਮਰੇ ਲੱਗੇ ਆ, ਕੈਮਰਾਮੈਨ ਆ, ਵੀਡੀਓ ਐਡੀਟਰ ਆ, ਸਾਊਂਡ ਰਿਕਾਰਡਿਸਟ ਆ, ਸਾਡੇ ਇੰਜੀਨੀਅਰ ਆ, ਲਾਈਟ ਵਾਲੇ ਵੱਖਰੇ ਆ, ਸਾਊਂਡ ਵਾਲੇ ਵੱਖਰੇ ਆ, ਪੂਰਾ ਉਹ ਹੈਗਾ। ਫਿਰ ਉਹ 'ਚ ਫਿਰ ਵੀਡੀਓ ਐਡੀਟਰ ਆ, ਕੈਮਰਾਮੈਨ ਆ। ਹੁਣ ਕੀ ਹੋਇਆ, ਉਹ ਸਾਰਾ ਕੁਛ ਹੀ ਔਰ ਆ ਦੇਖੋ ਅਸੀਂ ਕਿੱਡਾ ਵੱਡਾ ਮਤਲਬ 10-12 ਏਕੜ 'ਚ ਫੈਲਿਆ ਜਿਹੜਾ ਇਹ ਕੈਂਪਸ ਆ। ਹੁਣ ਕੀ ਹੋਇਆ, ਸਾਰਾ ਕੁਛ ਜਿਹੜਾ ਇੱਕ ਤੁਹਾਡੀ ਉਹ ਉਹਦੇ ਵਿੱਚ ਆ ਗਿਆ। ਇਹਦੇ ਉੱਪਰ ਅਰਬਾਂ ਖਰਬਾਂ ਰੁਪਈਏ ਦੀ ਇਨਵੈਸਟਮੈਂਟ ਆ। ਹੁਣ ਤੁਹਾਡੀ ਕਾਹਦੀ ਇਨਵੈਸਟਮੈਂਟ ਆ, ਇੱਕ 10-15 ਹਜ਼ਾਰ ਦਾ ਫੋਨ ਤੇ ਵਿੱਚ 250-300 ਦਾ ਉਹਦੇ ਸਿਮ, ਤੇ ਇਹਦਾ ਮਤਲਬ ਤੁਹਾਡੀ ਜੇਬ ਦੇ ਵਿੱਚ ਸਟੂਡੀਓ ਵੀ ਆ, ਜੇਬ ਦੇ ਵਿੱਚ ਕੈਮਰਾਮੈਨ ਵੀ ਆ, ਜੇਬ ਦੇ ਵਿੱਚ ਤੁਹਾਡੇ ਵੀਡੀਓ ਐਡੀਟਰ ਵੀ ਆ, ਜੇਬ ਦੇ ਵਿੱਚ ਤੁਹਾਡੇ ਸਾਊਂਡ ਇੰਜੀਨੀਅਰ ਵੀ ਆ, ਵਿੱਚ ਲਾਈਟ, ਸਾਰਾ ਕੁਝ ਤੁਹਾਡੇ ਵਿੱਚ ਹੀ ਆ ਗਿਆ। ਅੱਛਾ, ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਇਹ ਜੇ ਤਾਂ ਇਹ ਜਿਹੜਾ ਵਿਕਾਸ ਹੈ ਨਾ, ਜੇ ਤਾਂ ਹੌਲੀ ਹੌਲੀ ਹੁੰਦਾ ਤੇ ਇਹ ਜਿਹੜਾ ਸਮਾਜ ਸੀ ਉਹਦੇ ਨਾਲ ਆਪਣੇ ਆਪ ਨੂੰ ਹੌਲੀ ਹੌਲੀ ਢਾਲ ਲੈਂਦਾ। ਇਹ ਹੋ ਗਿਆ ਹੁਣ ਇੱਕਦਮ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਮੈਂ ਇਕੱਲੇ ਦੂਰਦਰਸ਼ਨ ਦੀ ਨਹੀਂ ਗੱਲ ਕਰਦਾ, ਇਹ ਪੂਰੀ ਦੁਨੀਆ ਦੀ ਜਿਹੜੀ ਜਿਹਨੂੰ TV ਇੰਡਸਟਰੀ ਆਪਾਂ ਕਹਿੰਦੇ ਆ, ਉਹ ਇਸ ਲਈ ਸੰਕਟ ਵਿੱਚ ਆ ਕਿ ਆ ਜਿਹੜੀ ਸਾਡਾ ਅਰਬਾਂ ਖਰਬਾਂ ਰੁਪਈਆ ਲੱਗਾ ਆ, ਉਹਦੇ ਬਰਾਬਰ ਦੇ ਉੱਪਰ ਕੁਝ ਹਜ਼ਾਰਾਂ ਦੇ ਵਿੱਚ ਸਾਡੇ ਸਾਹਮਣੇ ਤੇ ਖੜੇ ਹੋ ਗਏ ਆ, ਔਰ ਖੜੇ ਸਾਡੇ ਬਰਾਬਰ ਤੇ ਆ ਕੇ ਹੋ ਗਏ। ਕਿਉਂਕਿ ਜਿਹੜਾ ਪ੍ਰੋਗਰਾਮ ਆ ਰਿਹਾ ਉਹ ਤਾਂ ਵਿੱਚ ਕੋਈ ਪ੍ਰੋਬਲਮ ਨਹੀਂ, ਉਹ ਤਾਂ ਉਦਾਂ ਦਾ ਹੀ ਆ, ਜਿਹੜਾ ਉਹ ਸ਼ੂਟ ਕਰਕੇ ਵਿੱਚ ਪਾ ਦਿੰਦਾ YouTube ਤੇ, ਉਹ ਵੀ ਉਦਾਂ ਦਾ ਜਿਹੜਾ ਇਦਾਂ ਦਾ ਵੀ। ਤੇ ਹੁਣ ਸਮੱਸਿਆ ਇਹ ਹੋਈ ਪਈ ਆ ਕਿ ਇਹ ਜਿਹੜੀ TV ਇੰਡਸਟਰੀ ਹੈਗੀ ਆ, ਇਹਨਾਂ ਨੂੰ ਇਹ ਮਤਲਬ ਇਹ ਇਸ ਲਈ ਚੁਰਾਹੇ 'ਚ ਆ ਕਿ ਵੀ ਇਹਦਾ ਮੁਕਾਬਲਾ ਕਿੱਦਾਂ ਕਰੀਏ ਅਸੀਂ। ਇੱਕ ਗੱਲ। ਦੂਸਰੀ ਗੱਲ ਇਹ ਆ ਕਿ ਉਹ ਹੁਣ ਸਾਡੀ ਜੇਬ ਦੇ ਵਿੱਚ ਤਾਂ ਆ ਗਈ ਗੱਲ ਇਹ, ਲੇਕਿਨ ਉਹਦੇ ਕਈ ਵਾਰੀ ਮਤਲਬ ਜਿੱਦਾਂ ਤੁਸੀਂ ਕੰਟਰੋਲ ਕਰਨਾ ਹੋਵੇ ਨਾ, ਕਿਉਂਕਿ ਜਿਹੜਾ ਦੇਖੋ ਜਿਹੜਾ ਜਨਸੰਚਾਰ ਆ ਨਾ, ਜਨਸੰਚਾਰ ਦਾ ਮਤਲਬ
ਜਨਮਨ ਜਨਤਾ ਆਮ ਲੋਕਾਂ ਦਾ। ਇਹ ਪੂਰੇ ਜਿਹੜਾ ਪੂਰੀ ਜਨਤਾ ਤੱਕ ਪਹੁੰਚਦਾ ਉਹਨੂੰ ਇਹ ਜਨ ਸੰਚਾਰ ਕਹਿੰਦੇ ਆ। ਇਹਦਾ ਮਤਲਬ ਕੀ ਆ ਕਿ ਜਿਸਲੇ ਤੁਸੀਂ ਫਿਰ ਇਹ ਚਾਹੇ ਦੂਰਦਰਸ਼ਨ ਤੇ ਬੈਠਦੇ ਆ, ਚਾਹੇ ਰੇਡੀਓ ਤੇ ਬੈਠਦੇ ਆ, ਤਾਂ ਚਾਹੇ ਤੁਸੀਂ ਆਪਣਾ ਉਹ ਲਾਈਵ ਹੁੰਨੇ ਆ, ਇਹਦੇ ਨਾਲ ਤੁਸੀਂ ਪੂਰੀ ਦੁਨੀਆ ਤੱਕ ਫਿਰ ਪਹੁੰਚਦੇ ਆ। ਕਰ ਰਹੇ ਹੋ। ਅੱਛਾ, ਪੂਰੀ ਦੁਨੀਆ ਤੱਕ ਪਹੁੰਚਣ ਦੇ ਬਹੁਤ ਫਾਇਦੇ ਵੀ ਆ ਤੇ ਬਹੁਤ ਨੁਕਸਾਨ ਵੀ ਨੇ। ਔਰ ਨੁਕਸਾਨਾਂ ਦੇ ਵਿੱਚ ਫਿਰ ਇਹ ਵੀ ਆ ਕਿ ਫਿਰ ਤੁਸੀਂ ਜਿੱਦਾਂ ਹੁਣ ਅੱਜ ਕੱਲ੍ਹ ਲੋਕਾਂ ਦੀ ਪਹਿਲਾਂ ਜਿਹੜੀ ਸਾਡੀ ਦ੍ਰਿਸ਼ਟੀ ਹੁੰਦੀ ਸੀਗੀ ਉਹ ਸੇਵਾ ਭਾਵਨਾ ਵਾਲੀ ਹੁੰਦੀ ਸੀਗੀ, ਠੀਕ ਹੈ ਨਾ। ਜਿੰਨੀਆਂ ਅੱਜ ਕੱਲ੍ਹ ਸਾਰੇ ਵਪਾਰ ਬਣ ਗਏ, ਪਹਿਲਾਂ ਸਰਵਿਸਿਜ਼ ਹੁੰਦੀਆਂ ਸੀ, ਐਜੂਕੇਸ਼ਨ ਇੱਕ ਸੇਵਾ ਹੁੰਦੀ ਸੀ, ਆ ਜਿਹੜੀ ਵਿਦਿਆ ਜਿਹੜੀ ਡਾਕਟਰੀ ਆ ਇੱਕ ਸੇਵਾ। ਜਿਹੜੇ ਅੱਗੇ ਵੈਦ ਹੁੰਦੇ ਸੀਗੇ ਉਹ ਕਿਸੇ ਕੋਲ ਪੈਸੇ ਨਹੀਂ ਲੈਂਦੇ ਹੁੰਦੇ ਸੀ, ਉਹਨੇ ਬਾਹਰ ਸਦੂਕੜੀ ਰੱਖੀ ਹੁੰਦੀ ਸੀ ਵੀ ਜੇ ਕੋਈ ਜਾਣਾ ਪੈਸੇ ਪਾਉਣੇ ਉੱਥੇ ਪਾ ਦੇ, ਮੇਰੇ ਕੋਲ ਪੈਸਿਆਂ ਦੀ ਗੱਲ ਨਹੀਂ ਕਰਨੀ, ਠੀਕ ਹੈ ਨਾ। ਇੱਦਾਂ ਹੀ ਜਿਹੜੇ ਸਾਡੇ ਟੀਚਰ ਹੁੰਦੇ ਸੀਗੇ ਉਹ ਇਸ ਕਰਕੇ ਨਹੀਂ ਪੜ੍ਹਾਉਂਦੇ ਫਿਰ ਮੈਂ ਕੋਈ ਸਾਡੇ ਵੇਲੇ ਕੋਈ ਟਿਊਸ਼ਨ ਦਾ ਕੋਈ ਨਾਂ ਨਹੀਂ ਹੁੰਦਾ ਸੀਗਾ। ਔਰ ਜਿਹੜੇ ਪਿੰਡਾਂ ਦੇ ਵਿੱਚ ਮੈਨੂੰ ਆਪਣੇ ਪਤਾ, ਮੇਰੇ ਫਾਦਰ ਸਾਹਿਬ ਟੀਚਰ ਸੀਗੇ, ਉਹਨੇ ਆਪਣੇ ਪਿੰਡ ਦੇ ਜਿਹੜੇ ਸਾਰੇ ਬੱਚੇ ਹੁੰਦੇ ਸੀ ਉਹਨਾਂ ਨੂੰ ਆਪਣੇ ਘਰ ਬੁਲਾ ਕੇ ਤੇ ਸ਼ਾਮ ਨੂੰ ਮਤਲਬ ਆਪਣੀ ਬੈਠ ਕੇ ਚਲਾਉਣਾ, ਰੋਟੀ ਪਾਣੀ ਵੀ ਉੱਥੇ ਛਕਾਉਣਾ ਤੇ ਉਹਨਾਂ ਨੂੰ ਪੜਾਉਣਾ। ਤੇ ਉਹ ਅੱਗੇ ਸਰਵਿਸ ਸੀਗੀ ਇਹ, ਉਹ ਹੁਣ ਸਰਵਿਸ ਵਾਲੀ ਸਾਰੀਆਂ ਸਰਵਿਸਿਜ਼ ਸੀਗੀਆਂ। ਹੁਣ ਉਹ ਸਾਰੀਆਂ ਸਰਵਿਸਿਜ਼ ਜਿਹੜੀਆਂ ਵਪਾਰ ਬਣ ਗਈਆਂ। ਇਹਦੇ ਨਾਲ ਹੀ ਇਹ ਜਿਹੜਾ ਜਨ ਸੰਚਾਰ ਆ ਨਾ, ਪਹਿਲਾਂ ਸੇਵਾ ਸੀ ਇਹ ਕਿ ਲੋਕਾਂ ਦੇ ਵੀ ਲੋਕਾਂ ਦੇ ਭਲੇ ਲਈ, ਲੋਕਾਂ ਦੀ ਜਾਣਕਾਰੀ ਲਈ, ਲੋਕਾਂ ਦੇ ਫਾਇਦੇ ਲਈ, ਲੋਕਾਂ ਨੂੰ ਅੱਗੇ ਵਧਾਉਣ ਲਈ, ਲੋਕਾਂ ਤੱਕ ਗੱਲ ਪਹੁੰਚਾਓ। ਹੁਣ ਇਹ ਵਪਾਰ ਬਣ ਗਿਆ ਤੇ ਹੁਣ ਜਿਸਲੇ ਵਪਾਰ ਬਣ ਗਿਆ ਨਾ ਤੇ ਉਹ ਜਿਹੜੀ ਹੁਣ ਇਹ ਜਿਹੜਾ ਮਾਧਿਅਮ ਤੁਹਾਡੀ ਜੇਬ 'ਚ ਆ ਗਿਆ, ਉਹਦੇ ਨਾਲ ਫਿਰ ਇਹਨੂੰ ਵਪਾਰਕ ਤੌਰ ਤੇ ਐਕਸਪਲੋਇਟ ਕਰਨ ਦੇ ਖਤਰੇ ਬਹੁਤ ਵੱਧ ਗਏ, ਠੀਕ ਹੈ ਨਾ, ਜਿਹੜੇ ਅੱਜ ਕੱਲ੍ਹ ਹੋ ਰਿਹਾ, ਠੀਕ ਨਹੀਂ ਗੱਲ। ਤੇ ਇਹਨੂੰ ਕਿੱਦਾਂ ਇਸ ਵੇਲੇ ਪੂਰੀਆਂ ਜਿਹੜੀਆਂ ਸਰਕਾਰਾਂ ਨਾ ਉਹ ਵੀ ਐਸੇ ਦਚਿੱਤੀ ਵਿੱਚ ਆ ਵੀ ਆ ਜਿਹੜੀ ਇੱਕ ਨਵੀਂ ਸਾਡੇ ਕੋਲ ਆ ਇੱਕ ਜਿਹੜੀ ਛੁਰਲੀ ਆ ਗਈ ਆ ਇੱਥੇ ਕਾਬੂ ਕਿੱਦਾਂ ਪਾਉਣਾ। ਅੱਛਾ, ਹੁਣ ਉਹ ਵੀ ਸਰਕਾਰ ਵੀ ਫਸੀ ਹੈ, ਉਹਨਾਂ ਨੂੰ ਐਂ ਲੱਗਦਾ ਵੀ ਇਹ 'ਚੋਂ ਫਾਇਦਾ ਵੀ ਹੈ ਤੇ ਕੰਟਰੋਲ ਕੀਤੇ ਕਿਤੇ ਆਪਣਾ ਵੀ ਨੁਕਸਾਨ। ਮੈਂ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ, ਪੂਰੀ ਦੁਨੀਆ ਵਿੱਚ ਇਹ, ਠੀਕ ਨਹੀਂ ਗੱਲ। ਉਹਨਾਂ ਨੂੰ ਪਤਾ ਹੀ ਲੱਗਦਾ ਵੀ ਇਹ ਜਿਹੜਾ ਸੋਸ਼ਲ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਕਰੀਏ ਤਾਂ ਕੀ ਕਰੀਏ, ਇਹਨੂੰ ਹਾਂ ਵੀ ਇਹਨੂੰ ਇਹਦੇ ਖਿਲਾਰੇ ਵਾਸਤੇ ਤੇ ਜਾਂ ਜਿੱਥੇ ਕਿਤੇ ਲੱਗਦਾ ਨਾ ਵੀ ਹੁਣ ਥੋੜਾ ਜਿਹਾ ਮਾਮਲਾ ਨਾ ਲੀਹ ਤੋਂ ਲੱਥਿਆ, ਉਹਨੂੰ ਜਦੋਂ ਸੇਧ ਦੇਣੀ ਹੈ ਤੇ ਫਿਰ ਉਦੋਂ ਕਿੰਨੇ ਕੰਮ ਆਉਣਾ ਉਸ ਵੇਲੇ ਦੂਰਦਰਸ਼ਨ ਨੇ। ਨਹੀਂ, ਉਹ ਤਾਂ ਮਤਲਬ ਜਿਹੜੇ ਦੇਖੋ ਜਿਹੜੇ ਮਿਆਰ ਸਥਾਪਿਤ ਹੋਏ ਆ, ਠੀਕ ਨਹੀਂ। ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਬਿਸ਼ੱਕ ਦੂਸਰੇ ਪ੍ਰਾਈਵੇਟ ਚੈਨਲ ਹੈਗੇ ਆ, ਉੱਥੇ ਵੀ ਜਿਹੜੀ ਉਹਨਾਂ ਦੀ ਪਿੱਛੇ ਫੋਰਸ ਹੈਗੀ ਆ ਉਹ ਦੂਰਦਰਸ਼ਨ ਹੀ ਹੈ। ਪਰ ਹੁਣ ਪ੍ਰੋਬਲਮ ਇਹ ਹੋ ਗਈ ਕਿ ਇਹ ਜਿਹੜੀ ਇੱਕ ਵੱਖਰੇ ਪ੍ਰਕਾਰ ਦੀ ਇੰਡਸਟਰੀ ਸੀ, ਉਹ ਤੋਂ ਇਹਦੇ ਪੈਰਲਲ ਇੱਕ ਵੱਖਰੇ ਪ੍ਰਕਾਰ ਦੀ ਇੰਡਸਟਰੀ ਜਿਹੜੀ ਸਥਾਪਿਤ ਹੋ ਗਈ ਹੈ। ਔਰ ਉਹਦੇ ਵਿੱਚ ਲੱਗਦਾ ਕੁਛ ਨਹੀਂ ਤੁਹਾਡਾ। ਇਹਦੇ ਵਿੱਚ ਤਾਂ ਚਲੋ ਜੇ ਕੋਈ ਫਰਜੀ ਤਾਂ ਕੋਈ 4 ਪੈਸੇ ਕਮਾਉਂਦਾ ਸੀ ਜਾਂ ਲੋਕਾਂ ਤੱਕ ਜੇ ਐਕਸਪਲੋਇਟ ਕਰਦਾ ਸੀ, ਕੁਛ ਕਰਦਾ ਸੀ, ਕੁਛ ਪੱਲਿਓਂ ਲਾ ਕੇ ਕਰਦਾ ਸੀ ਨਾ, ਠੀਕ ਹੈ ਨਾ। ਇੱਥੇ ਮਤਲਬ ਕਹਿਣ ਦਾ ਮਤਲਬ ਜੇ ਸਿੱਧੀ ਪੰਜਾਬੀ 'ਚ ਗੱਲ ਕਰਨੀ ਹੋਵੇ ਵੀ ਇੱਥੇ ਜੇ ਤੁਸੀਂ ਸ਼ਰਾਰਤ ਕਰਨੀ ਸੀ ਨਾ ਤੇ ਸ਼ਰਾਰਤ ਕਰਨ ਲਈ ਖਰਚਾ ਕਰਨਾ ਪੈਂਦਾ ਸੀ, ਠੀਕ ਹੈ ਨਾ, ਕਰੋੜ ਅਰਬਾਂ ਖਰਬਾਂ 'ਚ ਕਰਨਾ ਪੈਂਦਾ। ਉੱਥੇ ਤੁਸੀਂ ਉੱਥੇ ਜਿੱਡੀ ਵੱਡੀ ਮਰਜ਼ੀ ਸ਼ਰਾਰਤ ਕਰ ਲਓ ਤੇ ਪੱਲਿਓਂ ਤੁਹਾਡਾ ਕੁਛ ਵੀ ਨਹੀਂ ਲੱਗਦਾ। ਉਹ ਜਿਹੜੀ ਉਹ 'ਚ ਸੰਭਾਵਨਾ ਬਣ ਗਈ ਨਾ, ਠੀਕ ਨਹੀਂ ਗੱਲ। ਹੁਣ ਇਹ ਠੀਕ ਹੈ ਕਿ ਜਿਹੜੇ ਸਾਡੇ ਜਿਹੜੇ ਐਸਟੈਬਲਿਸ਼ਡ ਚੈਨਲ ਹੈਗੇ ਆ ਉਹਨਾਂ ਦੇ ਪ੍ਰੋਗਰਾਮ ਜਿਹੜੇ ਸੋਸ਼ਲ ਮੀਡੀਆ ਤੇ ਜਾਂਦੇ ਆ ਉਹ ਠੀਕ ਹੈ, ਠੀਕ ਹੈ ਨਾ। ਜਿੱਦਾਂ ਹੁਣ ਫਰਜੀ ਦਾ ਦੂਰਦਰਸ਼ਨ ਤਾਂ ਸਾਡਾ ਤਾਂ ਇੱਕ ਸ਼ੁਰੂ ਤੋਂ ਲੈ ਕੇ ਹਰੇਕ ਤਰੀਕੇ ਨਾਲ, ਚਾਹੇ ਆਪਾਂ ਖਬਰਾਂ ਦੀ ਗੱਲ ਕਰ ਲਈਏ, ਪ੍ਰੋਗਰਾਮਾਂ ਦੀ ਗੱਲ ਕਰ ਲਈਏ ਜਾਂ ਕਮਰਸ਼ੀਅਲ ਦੀ ਗੱਲ ਕਰ ਲਈਏ, ਉਹਦੇ ਵਿੱਚ ਇੱਕ ਸਾਡਾ ਸਟੈਂਡਰਡ ਸੀਗਾ, ਅੱਜ ਵੀ ਉਹ ਹੈਗਾ ਕਿ ਤੁਸੀਂ ਕਮਰਸ਼ੀਅਲ ਵਿੱਚ ਆ ਠੀਕ ਹੈ ਥੋੜਾ ਜਿਹਾ ਹਾਲਾਤ ਇਦਾਂ ਦੀ ਕਰਕੇ ਥੋੜੀ ਜਿਹੀ ਖੁੱਲ੍ਹ ਹੋ ਗਈ ਆ, ਲੇਕਿਨ ਅੱਜ ਵੀ ਹੈਗਾ ਕਿ ਵੀ ਤੁਸੀਂ ਆਹ ਜਿਹੜੇ ਇਹਨਾਂ ਵਿਸ਼ਿਆਂ ਤੋਂ ਹਟ ਕੇ ਤੁਸੀਂ ਐਡ ਨਹੀਂ ਦੇਣੀ, ਠੀਕ ਹੈ ਨਾ। ਤੁਹਾਡੇ ਜਿਹੜੀ ਐਡ ਹੈਗੀ ਆ ਉਹਦੇ ਵਿੱਚ ਇੱਦਾਂ ਕੀ ਆ, ਉਹਦੇ ਵਿੱਚ ਵਾਇਲੈਂਸ ਨਾ ਹੋਵੇ, ਉਹਦੇ ਵਿੱਚ ਨਸ਼ਿਆਂ ਦੀ ਗੱਲ ਨਾ ਹੋਵੇ, ਉਹਦੇ ਵਿੱਚ ਲੜਾਈ ਝਗੜੇ ਦੀ ਗੱਲ ਨਾ ਹੋਵੇ, ਠੀਕ ਹੈ ਨਾ। ਇਹੀ ਜਿੰਨਾ ਚਿਰ ਇੱਥੇ ਮਤਲਬ ਪਿਛਲਾ ਸਾਡਾ ਕਾਫੀ ਚਿਰ ਮੈਂ ਇੱਥੇ ਮੈਨੂੰ 8-10 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਵੱਖ-ਵੱਖ ਉੱਤੇ ਉੱਪਰ, ਤੇ ਜਿੰਨੇ ਸਾਡੇ ਕਮਰਸ਼ੀਅਲ ਹੁੰਦੇ ਸੀਗੇ ਉਹਦੇ ਵਿੱਚ ਬੜੀ ਸਖਤੀ ਨਾਲ, ਔਰ ਭਾਵੇਂ ਜਿਹਦੇ ਵਿੱਚ ਕਈ ਵਾਰ ਕਈ ਇਦਾਂ ਦੇ ਸਾਡੇ ਕੋਲ ਕਮਰਸ਼ੀਅਲ ਹੁੰਦੇ ਜਿਨ੍ਹਾਂ ਦੇ ਵਿੱਚ ਲੱਖਾਂ ਰੁਪਈਆ ਆਉਣਾ ਹੁੰਦਾ ਸੀ, ਲੇਕਿਨ ਅਸੀਂ ਪੈਸੇ ਨਹੀਂ ਜਾਂਦੇ ਸੀ। ਅਸੀਂ ਕਹਿੰਦੇ ਭਾਈ ਇਹ 'ਚ ਪਹਿਲਾਂ ਆਹ ਸੋਧ ਕਰੋ ਫਿਰ ਆਪਾਂ ਚਲਾਵਾਂਗੇ, ਠੀਕ ਨਹੀਂ ਗੱਲ। ਤੇ ਉਹ ਜਿਹੜੀ ਸੁਨੇਹੇ ਦੇ ਤੌਰ ਦੇ ਉੱਤੇ ਵੀ ਅੱਜ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾ ਦੂਰਦਰਸ਼ਨ ਨੂੰ ਆਪਣਾ ਇੱਕ ਸੰਚਾਰ ਦਾ ਮਾਧਿਅਮ ਮੰਨ ਰਹੇ ਨੇ ਤੇ ਅਗਾਂਹ ਵੀ ਮੰਨਣਗੇ, ਉਹਨਾਂ ਤੀਕ ਦੇਖੋ ਇਸ ਤਰ੍ਹਾਂ ਕਿ ਜਿਹੜਾ ਇੱਕ ਜਿਹੜੀ ਭਾਵਨਾ ਮਤਲਬ ਇਹ ਜਿਹੜਾ ਰਿਸ਼ਤਾ ਹੁੰਦਾ ਨਾ ਫਿਰ ਦਰਸ਼ਕ ਦਾ ਤੇ ਕਲਾਕਾਰ ਦਾ ਤੇ ਮਾਧਿਅਮ ਦਾ, ਮਤਲਬ ਇੱਕ ਕਲਾਕਾਰ ਆ ਉਧਰ ਦਰਸ਼ਕ ਆ, ਅਸੀਂ ਵਿੱਚ ਮਾਧਿਅਮ ਆ, ਇਹ ਸਾਰਾ ਇੱਕ ਜਿਹੜਾ ਰਿਸ਼ਤਾ ਇੱਕ ਭਾਵਨਾ ਦਾ ਰਿਸ਼ਤਾ ਹੈ, ਇੱਕ ਪਿਆਰ ਦਾ ਰਿਸ਼ਤਾ ਹੈ। ਔਰ ਇਹਦੇ ਲਈ ਉਹ ਠੀਕ ਆ ਕਿ ਗਿਲੇ ਸ਼ਿਕਵੇ ਹੁੰਦੇ ਰਹਿੰਦੇ ਆ, ਲੇਕਿਨ ਇਹ ਜਿਹੜਾ ਰਿਸ਼ਤਾ ਹੈ ਨਾ ਇਹਦੇ ਉੱਪਰ ਕਦੀ ਆਂਚ ਨਹੀਂ ਆਉਂਦੀ। ਔਰ ਮੈਨੂੰ ਲੱਗਦਾ ਕਿ ਜਿੱਦਣ ਇਹ ਅੱਜ ਤੋਂ 63 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਉਹ ਤੋਂ ਲੈ ਕੇ ਅੱਜ ਤੱਕ ਇਹ ਰਿਸ਼ਤਾ ਜਿਹੜਾ ਪੱਕਾ ਹੀ ਹੋਇਆ, ਪੀੜਾ ਹੀ ਹੋਇਆ, ਅੱਗੇ ਹੀ ਵਧਿਆ। ਔਰ ਪ੍ਰਮਾਤਮਾ ਕਰੂਗਾ ਕਿ ਜੇ ਇੰਨਾ ਸਫ਼ਰ ਇਦਾਂ
ਇਹ ਹੋਰ ਪੀੜ੍ਹੇ ਦਾ ਬੜੀ ਸ਼ਾਨ ਦੇ ਨਾਲ। ਪੀੜ੍ਹੇ ਦਰ ਪੀੜ੍ਹਾ ਹੁੰਦਾ ਰਿਹਾ ਜੀ। ਤੇ ਆਉਣ ਵਾਲਾ ਸਮਾਂ ਵੀ ਮੈਨੂੰ ਲੱਗਦਾ ਜੀ। ਕਿ ਦਰਸ਼ਕ ਇਸੇ ਤਰ੍ਹਾਂ ਹੀ ਉਸੇ ਭਾਵਨਾ ਦੇ ਨਾਲ ਹੀ ਜੀ। ਇਹ ਦੂਰਦਰਸ਼ਨ ਨਾਲ ਜੁੜੇ ਰਹਿਣਗੇ ਜੀ। ਔਰ ਦੂਰਦਰਸ਼ਨ ਵਾਲੇ ਉਸੇ ਜ਼ਿੰਮੇਵਾਰੀ ਨਾਲ ਜੀ। ਜਿਹੜੀ ਦਰਸ਼ਕਾਂ ਤੱਕ ਪਹੁੰਚ ਕਰਦਾ ਰਹੂਗਾ ਜੀ। ਔਰ ਉਹਨਾਂ ਦੀਆਂ ਜਿਹੜੀਆਂ ਲੋੜਾਂ ਹੈਗੀਆਂ ਜੀ। ਜਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਗੇ ਵਧਾਉਣ ਲਈ ਜਿੱਥੇ ਵੀ ਜੋ ਤਿਲ ਫੁੱਲ ਸੇਵਾ ਜੀ। ਹੋ ਸਕਦੀ ਹੋਏਗੀ ਜੀ। ਜਿੱਦਾਂ ਪਹਿਲਾਂ ਕੀਤੀ ਆ ਉਦਾਂ ਦੂਰਦਰਸ਼ਨ ਪਹਿਲੇ ਦੀ ਤਰ੍ਹਾਂ ਕਰਦਾ ਰਹੇਗਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਮਿਹਰਬਾਨੀ। ਬੜੇ ਖੁਲਾਸੇ ਦੇ ਨਾਲ ਤੁਸੀਂ ਅੱਜ ਦੇ ਇਸ ਦਿਹਾੜੇ ਨੂੰ ਜਨ ਜਨ ਤੱਕ ਪਹੁੰਚਾਇਆ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਵਾਰੀ ਮੇਰੀ ਸੰਮੀ ਲੰਮੀਆਂ ਟਾਲੀਆਂ ਉਹ ਬੇਲੀਆਂ ਉੱਚੀਆਂ ਲੰਮੀਆਂ